ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਾਸ ਅਪਡੇਟ ਤੇ ਖਾਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਆ। ਮੈਂ ਹਾਂ ਗਗਨਦੀਪ ਸਿੰਘ ਤੇ ਵੱਡੀਆਂ ਖਬਰਾਂ ਦਾ ਕੱਪੜਛਾਣ ਇਸ ਪ੍ਰੋਗਰਾਮ ਦੇ ਵਿੱਚ ਰਹਿੰਦਾ ਹੈ। ਅੱਜ ਵੀ ਖਾਸ ਮਸਲੇ ਨੇ, ਖਾਸ ਤੌਰ ਦੇ ਉੱਤੇ ਗੱਲਬਾਤ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਉੱਤੇ ਰਹੇਗੀ। ਪੰਜਾਬ ਦਾ ਬਜਟ ਸੈਸ਼ਨ ਅੱਜ ਆਰੰਭ ਹੋ ਜਾਣਾ ਹੈ। ਕਿਹੋ ਜਿਹਾ ਅੱਜ ਦਾ ਦਿਨ ਰਹੇਗਾ। ਉਧਰ ਦੂਜੇ ਪਾਸੇ ਅੱਜ ਅਕਾਲੀ ਦਲ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਵੱਡੀ ਰੈਲੀ ਕੀਤੀ ਜਾ ਸਕਦੀ ਹੈ ਅਕਾਲੀ ਦਲ ਦੇ ਵੱਲੋਂ। ਸੇ ਅੱਜ ਦਾ ਜਿਹੜਾ ਅਕਾਲੀ ਦਲ ਪੱਖੋਂ ਰੂਪ ਕਿਹੋ ਜਿਹਾ ਰਹੇਗਾ ਉਸ ਤੇ ਗੱਲਬਾਤ ਰਹੇਗੀ। ਉਧਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਵੀ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਗਵਰਨਰ ਹਾਊਸ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਣਾ ਹੈ। ਉਸ ਤੇ ਵੀ ਨਿਗਾਹਾਂ ਅੱਜ ਕੀ ਰਹਿੰਦੀਆਂ ਨੇ ਉਸ ਤੇ ਵੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਤੇ ਨਾਲ ਹੀ ਗੱਲਬਾਤ ਕਿਸਾਨ ਮਸਲਿਆਂ ਨੂੰ ਲੈ ਕੇ ਅੱਜ ਵਿਧਾਨ ਸਭਾ ਸੈਸ਼ਨ ਦਾ ਜੋ ਦੌਰ ਸ਼ੁਰੂ ਹੋਣਾ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਡੇ ਫੈਸਲੇ ਕਰ ਸਕਦੇ ਨੇ। ਕਿਹੜੇ ਫੈਸਲੇ ਨੇ, ਕੀ ਹੋ ਸਕਦਾ, ਜੋ ਹੁਣ ਤੱਕ ਸੂਤਰਾਂ ਦੇ ਹਵਾਲੇ ਦੇ ਨਾਲ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ ਉਸ ਦੇ ਉੱਤੇ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਕਰਕੇ ਮਸਲਿਆਂ ਤੇ ਗੱਲਬਾਤ ਹੈ। ਡੱਲਾ ਜੀ ਸਵਾਗਤ ਹੈ। ਬਹੁਤ ਧੰਨਵਾਦ ਜੀ, ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕੀ ਲੱਗ ਰਿਹਾ ਅੱਜ ਦਾ ਦਿਨ ਕਿੱਦਾਂ ਦਾ ਚੜ੍ਹਨ ਵਾਲਾ ਹੈ? ਕਿਉਂਕਿ ਵਿਧਾਨ ਸਭਾ ਸੈਸ਼ਨ ਕੁਝ ਘੰਟਿਆਂ ਬਾਅਦ, ਜਦੋਂ ਪ੍ਰੋਗਰਾਮ ਚੱਲ ਗਿਆ ਉਸ ਤੋਂ ਕੁਝ ਘੰਟਿਆਂ ਤੋਂ ਬਾਅਦ ਹੀ ਸ਼ੁਰੂ ਹੋ ਜਾਣਾ ਹੈ। ਸਿਆਸੀ ਤਿਆਰੀ ਬਹੁਤ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਦੀ, ਉਧਰ ਦੂਜੇ ਪਾਸੇ ਕਾਂਗਰਸ ਰਾਜਪਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਦੀਆਂ ਤਿਆਰੀਆਂ ਦੇ ਵਿੱਚ ਹੈ ਤੇ ਉਧਰ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਵੀ ਘੇਰਨ ਦੀ ਤਿਆਰੀ ਦੇ ਵਿੱਚ ਹੈ। ਕੀ ਲੱਗ ਰਿਹਾ ਅੱਜ ਦਾ ਦਿਨ ਕਿੱਦਾਂ ਦਾ ਨਿਬੜਨ ਵਾਲਾ ਹੈ? ਦੇਖੋ, ਅੱਜ 1 ਮਾਰਚ ਹੈ ਜੀ। ਅੱਜ ਤੋਂ 10-15 ਦਿਨ ਆਪਾਂ ਨੂੰ ਫੇਰ ਨਵੀਂ ਤਰ੍ਹਾਂ ਦੀ ਸਿਆਸਤ ਦੇਖਣ ਨੂੰ ਮਿਲਣੀ ਹੈ। ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਸਿਆਸੀ ਏਜੰਡੇ ਨੂੰ ਲੈ ਕੇ ਅੱਗੇ ਵਧਣਗੀਆਂ ਔਰ ਵਿਧਾਨ ਸਭਾ, ਅਸਲ 'ਚ ਮੈਂ ਇਹ ਕਹਿਣਾ ਚਾਹੂੰਗਾ, ਮੈਂ ਹਰ ਸਾਲ ਕਹਿਣਾ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਆਉਂਦਾ ਹੈ ਕਿ ਵਿਧਾਨ ਸਭਾ ਪੋਲੀਟੀਕਲ ਪਾਰਟੀਆਂ ਦੇ ਲਈ ਇੱਕ ਤਰੀਕੇ ਨਾਲ ਸਿਆਸੀ ਤਵਾ ਬਣ ਚੁੱਕੀ ਹੈ ਤੇ ਹਰ ਪੋਲੀਟੀਕਲ ਪਾਰਟੀ ਨੂੰ ਲੱਗਦਾ ਵੀ ਅਸੀਂ ਇਸ ਵਿਧਾਨ ਸਭਾ ਤੇ ਆਪਣਾ ਪਰੌਂਠਾ ਸੇਕ ਲਈਏ, ਪਰੌਂਠਾ ਰਾੜ ਲਈਏ। ਅਜਿਹਾ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਹਿੱਤ ਦੇ ਉੱਤੇ ਕੁੱਲ ਮਿਲਾ ਕੇ ਗੱਲ ਹੋਣੀ ਚਾਹੀਦੀ ਹੈ। ਅਜਿਹਾ ਨਹੀਂ ਹੈ ਕਿ ਬਿਲਕੁਲ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਹੁੰਦੀ ਹੈ, ਪਰ ਜਿਹੜੀ ਸਿਆਸਤ ਭਾਰੂ ਹੋ ਜਾਂਦੀ ਹੈ ਨਾ ਮੁੱਦਿਆਂ ਤੇ, ਉਹ ਨਹੀਂ ਹੋਣੀ ਚਾਹੀਦੀ। ਹੁਣ ਅੱਜ ਵਿਧਾਨ ਸਭਾ ਦਾ ਪਹਿਲਾ ਦਿਨ ਹੈ। ਅੱਜ ਸਿਰਫ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ, ਉਸ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਵਿਧਾਇਕ ਦਲ ਦੀ ਮੀਟਿੰਗ ਕਰਕੇ ਘੱਟੋ ਘੱਟ ਆਪਣੇ ਏਜੰਡੇ ਤਾਂ ਸਾਰਵਜਨਿਕ ਕਰਨ। ਬਿਲਕੁਲ, ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕੋਈ ਅਜਿਹਾ ਏਜੰਡਾ ਜਾਰੀ ਕੀਤਾ ਹੋਣਾ ਹੈ ਵੀ ਸਾਡੇ ਆਹ ਵਿਧਾਨ ਸਭਾ ਹਲਕੇ 'ਚ ਸੜਕ ਦੀ ਦਿੱਕਤ ਹੈ, ਅਸੀਂ ਇਹ ਸਵਾਲ ਕਰਾਂਗੇ। ਸਾਡੇ ਵਿਧਾਨ ਸਭਾ ਹਲਕੇ 'ਚ ਇੱਥੇ ਜੰਝ ਘਰ ਦੀ ਦਿੱਕਤ ਹੈ, ਪਸ਼ੂਆਂ ਦਾ ਹਸਪਤਾਲ ਨਹੀਂ, ਮਨੁੱਖਾਂ ਦਾ ਹਸਪਤਾਲ ਨਹੀਂ, ਸਟੇਡੀਅਮ ਨਹੀਂ, ਸਕੂਲ ਨਹੀਂ। ਏਜੰਡੇ 'ਚ ਖੁੱਲ੍ਹ ਕੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਹੋਵੇ ਵੀ ਅਸੀਂ ਇੰਨੀਆਂ ਵਿਧਾਨ ਸਭਾ, ਆਮ ਆਦਮੀ ਪਾਰਟੀ ਦੀ ਇੱਕ ਕਰਕੇ ਗੱਲ ਕਰ ਲਈ, ਆਮ ਆਦਮੀ ਪਾਰਟੀ ਦੇ 20 MLA ਆ, ਆਮ ਆਦਮੀ ਪਾਰਟੀ ਦੇ 20 MLA ਕੋਈ ਪ੍ਰੋਗਰਾਮ ਦੇਣ ਲੋਕਾਂ ਨੂੰ ਵੀ ਅਸੀਂ ਆਹ ਕੁਝ ਕਰਾਂਗੇ ਵਿਧਾਨ ਸਭਾ 'ਚ ਜਾ ਕੇ। ਅਕਾਲੀ ਦਲ ਵਾਲੇ ਦੇਣ ਪ੍ਰੋਗਰਾਮ ਵੀ ਅਸੀਂ ਆਪਣੇ ਆਪਣੇ ਵਿਧਾਨ ਸਭਾ ਹਲਕੇ ਦੇ ਆਹ ਪ੍ਰੋਗਰਾਮ ਦੇਵਾਂਗੇ, ਆਹ ਸਵਾਲ ਅਸੀਂ ਲਾਏ ਆ, 10 ਦਿਨ ਲੋਕਾਂ ਨੂੰ ਪਤਾ ਤਾਂ ਲੱਗੇ ਨਾ। ਹੁਣ ਇਹ ਕਰਦੇ ਕੀ ਪੋਲੀਟੀਕਲ ਪਾਰਟੀਆਂ ਵਾਲੇ ਕੀ ਕਰਦੇ ਵੀ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਜੀ। ਪੰਜਾਬ ਦੇ ਮੁੱਦੇ ਚੱਕਣ ਨੂੰ ਤਾਂ ਅਸੀਂ ਵੀ ਬੈਠੇ ਹਾਂ, ਆਮ ਲੋਕ ਅਸੀਂ ਸਾਰੇ ਮੁੱਦੇ ਹੀ ਚੱਕੀ ਜਾਂਦੇ ਨੇ। ਨਾਲੇ ਪੰਜਾਬ ਦੇ ਮੁੱਦੇ ਚੱਕਦਿਆਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਕਿੰਨਾ ਸਮਾਂ ਹੋ ਗਿਆ, ਇੱਕ ਮੁੱਦਾ ਨਹੀਂ ਹੱਲ ਹੋਇਆ। ਆਹ ਚੰਡੀਗੜ੍ਹ ਅੱਜ ਤੱਕ ਨਹੀਂ ਮਿਲਿਆ ਪੰਜਾਬ ਨੂੰ ਜੀ। ਕਿੰਨੀਆਂ ਸਰਕਾਰਾਂ ਬਣ ਗਈਆਂ ਗਗਨ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਵਾਵਾਂਗੇ, ਚੰਡੀਗੜ੍ਹ ਪੰਜਾਬ ਨੂੰ ਦਵਾਵਾਂਗੇ। ਆਹ ਲਓ, ਆ ਪਿੱਛੇ ਜੇ ਗੱਲਾਂ ਚੱਲ ਪਈਆਂ, ਕਹਿੰਦੇ ਮੋਹਾਲੀ 'ਚ ਆਪਣਾ ਹੀ ਬਣਾ ਲਓ ਭਾਈ, ਨਿਊ ਚੰਡੀਗੜ੍ਹ ਜੀ। ਇੱਥੇ ਤੱਕ ਤਾਂ ਪੋਜੀਸ਼ਨ ਆ ਗਈ। ਸਾਡੀਆਂ ਪੋਲੀਟੀਕਲ ਪਾਰਟੀਆਂ ਦੀ ਇੱਛਾ ਸ਼ਕਤੀ ਨਹੀਂ। ਖੇਤੀ ਕਾਨੂੰਨਾਂ ਤੇ ਇਸ ਵਕਤ ਸਭ ਤੋਂ ਵੱਡੀ ਚੁਣੌਤੀ ਹੈ ਜਿਹੜੀ ਸੂਬੇ ਅੱਗੇ, ਉਹ ਖੇਤੀ ਕਾਨੂੰਨ ਹੈ ਕੇਂਦਰ ਵਾਲੇ। ਹੁਣ ਉਹ ਖੇਤੀ ਕਾਨੂੰਨ ਨੇ ਜਿਹੜੇ, ਉਹਨਾਂ ਖੇਤੀ ਕਾਨੂੰਨਾਂ ਨੂੰ ਆਪਾਂ ਫਾਇਦੇਮੰਦ ਕਿਵੇਂ ਬਣਾ ਲੈਣਾ ਆਪਣੇ ਲਈ, ਇਹ ਵੀ ਤਾਂ ਜੁਗਤ ਲੜਾਈ ਜਾ ਸਕਦੀ ਹੈ ਨਾ ਜੀ। ਬਿਲਕੁਲ ਗਗਨ, ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਡੇ ਅੱਗੇ ਪਾਣੀ ਦਾ ਸੰਕਟ ਆਉਣ ਵਾਲਾ ਬਹੁਤ ਵੱਡਾ ਜੀ। ਆ ਜਦੋਂ ਸੋਕਾ ਪੈਂਦਾ ਹੈ ਤੇ ਕਿਸਾਨ ਸਮਰਸੀਬਲ ਪੰਪ ਬੋਰ ਡੂੰਘੇ ਕਰਾ ਲੈਂਦੇ ਆ ਨਾ। ਸਾਡੀਆਂ ਸਰਕਾਰਾਂ ਨੂੰ ਵੀ ਪਤਾ ਹੈ ਵੀ ਆਉਣ ਵਾਲਾ ਸਮਾਂ ਸਾਡੇ ਲਈ ਚੁਣੌਤੀਪੂਰਵਕ ਹੈ। ਉਹਦਾ ਕੋਈ ਰਾਹ ਤਾਂ ਹੁਣ ਕੱਢੋ ਨਾ ਜੀ। ਬਿਲਕੁਲ, ਉਹਦੀ ਕੋਈ ਵਿਉਂਤਬੰਦੀ ਤਾਂ ਹੁਣ ਬਣਾਈਏ ਨਾ ਜੀ। ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਨਾ, ਇਹਨਾਂ ਦਾ ਧਿਆਨ ਹੁੰਦਾ ਵੀ ਹੁਣ ਆਪਾਂ ਦੁਬਾਰਾ ਅਗਲੀ ਵਾਰੀ ਸਰਕਾਰ 'ਚ ਕਿਵੇਂ ਆਉਣਾ ਹੈ। ਮੂਲ ਰੂਪ 'ਚ ਇਹਨਾਂ ਦਾ ਧਿਆਨ ਫਿਰ ਉਧਰ ਨੂੰ ਚਲਾ ਜਾਂਦਾ ਹੈ। ਆ ਤੁਸੀਂ ਦੇਖਿਓ, ਜਿਵੇਂ ਜਿਵੇਂ ਦਿਨ ਅੱਗੇ ਵਧਣੇ ਨੇ, ਕਾਂਗਰਸ ਨੇ ਕੱਢ ਲੈਣਾ ਹੈ, ਬਰਗਾੜੀ ਵਾਲੇ ਮਾਮਲੇ ਕੱਢ ਲੈਣੇ ਕਾਂਗਰਸ ਨੇ, ਕੈਪਟਨ ਅਮਰਿੰਦਰ ਨੇ, ਫਿਰ ਇਹਨਾਂ ਦੇ ਉੱਤੇ ਬਿਆਨ ਦੇਣੇ ਆ ਜੀ। ਅਕਾਲੀ ਦਲ ਹੁਣ ਕੈਪਟਨ ਅਮਰਿੰਦਰ ਦੀ 4 ਸਾਲ ਦੀ ਨਾ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੇ ਨੇ। ਹੁਣ ਅਕਾਲੀ ਦਲ ਵਾਲੇ ਇਹ ਵੀ ਦੱਸ ਦੇਣ ਨਾ ਵੀ ਅਕਾਲੀ ਦਲ ਵਾਲਿਆਂ ਨੇ 5 ਸਾਲ ਬੀਬੀ ਹਰਸਿਮਰਤ ਕੌਰ ਬਾਦਲ ਰਹੀ ਆ, ਕੇਂਦਰ 'ਚ ਵਜ਼ੀਰ ਰਹੀ ਆ, ਆ ਹੁਣ ਵੀ ਕਾਫੀ ਸਮਾਂ ਮੋਦੀ ਸਾਹਿਬ ਦੀ ਵਜ਼ਾਰਤ 'ਚ ਰਹੀ ਹੈ ਹਰਸਿਮਰਤ ਕੌਰ ਬਾਦਲ। ਆਪਣਾ ਹੀ ਰਿਪੋਰਟ ਕਾਰਡ ਪੇਸ਼ ਕਰ ਦੇਣ ਹਰਸਿਮਰਤ ਕੌਰ ਬਾਦਲ,
ਵੀ ਮੈਂ ਪੰਜਾਬ 'ਚ ਕਿੰਨੇ 100 ਫੂਡ ਪ੍ਰੋਸੈਸਿੰਗ ਉਦਯੋਗ ਲਿਆਤੇ, 100 ਜ਼ਿਆਦਾ ਹੋ ਗਏ ਜੀ। ਕਿੰਨੇ ਫੂਡ ਪ੍ਰੋਸੈਸਿੰਗ ਉਦਯੋਗ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਨਾਲ ਪੰਜਾਬ 'ਚ ਲੱਗ ਗਏ, ਇਹਦੀ ਹੋਈ ਕੋਈ ਰਿਪੋਰਟ ਜਾਰੀ ਕਰ ਦਿਓ ਤਾਂ ਕਿ ਮਾੜਾ ਮੋਟਾ ਸਾਨੂੰ ਭਰੋਸਾ ਤਾਂ ਹੋਵੇ ਆਮ ਲੋਕਾਂ ਨੂੰ ਵੀ ਆਹ ਦੇਖੋ ਜੀ ਹਰਸਿਮਰਤ ਕੌਰ ਬਾਦਲ ਨੇ ਤਾਂ 100 ਫੂਡ ਪ੍ਰੋਸੈਸਿੰਗ ਯੂਨਿਟ ਲਾਤੇ ਪੰਜਾਬ 'ਚ। ਕਿੰਨੇ ਵੀ ਲਾਤੇ ਦੱਸੋ ਤਾਂ ਸਹੀ। ਹੁਣ ਹੋਣਾ ਕੀ ਹੈ, ਆਮ ਆਦਮੀ ਪਾਰਟੀ ਵਾਲੇ, ਮੈਂ ਭਗਵੰਤ ਮਾਨ ਦਾ ਬਿਆਨ ਸੁਣਦਾ ਸੀ, ਭਗਵੰਤ ਮਾਨ ਕਹਿੰਦਾ ਕੈਪਟਨ ਅਮਰਿੰਦਰ ਨੇ 4 ਸਾਲ 'ਚ ਕੁਝ ਨਹੀਂ ਕੀਤਾ ਜੀ। ਹੁਣ ਤੁਸੀਂ ਦੱਸੋ ਇਹ 'ਚ ਨਵਾਂ ਕੀ ਹੈ, ਬਿਲਕੁਲ ਇਹਦੇ 'ਚ ਨਵਾਂ ਕੀ ਹੈ। ਬਿਲਕੁਲ। ਤੇ ਫਿਰ ਇਹ ਵੀ ਦੱਸੋ ਵੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਕੀ ਕੀਤਾ। ਅੱਛਾ ਫਿਰ ਇਹ ਕਹਿਣਗੇ ਵੀ ਅਰਵਿੰਦ ਕੇਜਰੀਵਾਲ ਕਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ, ਫਿਰ ਉਹ ਪੰਜਾਬ 'ਚ ਇਸ਼ਤਿਹਾਰ ਕਿਉਂ ਛਾਪੀ ਜਾਂਦਾ ਸੀ ਜੀ, ਪੈਸੇ ਲਾ ਕੇ, ਅਖਬਾਰਾਂ ਵਾਲੇ ਖੁਸ਼ ਕਰਨੇ ਸੀ। ਬਿਲਕੁਲ। ਹੈ ਜੀ, ਪਿੱਛੇ ਜੇ ਆਏ ਸੀ ਨਾ ਪਹਿਲਾਂ, ਮੈਨੂੰ ਹੁਣ ਸਮਾਂ ਤਾਂ ਕਾਫੀ ਹੋ ਗਿਆ, ਮਤਲਬ ਕਿ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ ਜਿਹੜੇ, ਉਹਨਾਂ ਦਾ ਇੱਕੋ ਇੱਕ ਮਕਸਦ ਹੈ ਵੀ ਕਿਸੇ ਤਰੀਕੇ ਸਾਡੀ ਸਰਕਾਰ ਬਣ ਜਾਏ। ਆ ਕਾਂਗਰਸ ਵੀ ਦੇਖੋ ਕੜਮਾਸ ਮੱਚਿਆ ਪਿਆ, ਆ ਜਾਖੜ ਨੇ ਕਹਿਤਾ ਵੀ ਅਸੀਂ ਕੈਪਟਨ ਦੀ ਅਗਵਾਈ ਚ ਲੜਾਂਗੇ, ਉਹ ਕੜਮਾਸ ਮੱਚ ਗਿਆ। ਉਹ ਗੱਲ ਉੱਪਰ ਰਾਹੁਲ ਗਾਂਧੀ ਤੱਕ, ਪ੍ਰਿੰਕਾ ਗਾਂਧੀ ਤੱਕ ਪਹੁੰਚ ਗਈ, ਕਹਿੰਦੇ ਸੋਨੀਆ ਗਾਂਧੀ ਵੀ ਚਿੰਤਤ ਹੋਈ ਬੈਠੀ, ਕਹਿੰਦੇ ਜੀ। ਔਰ ਆ ਇੱਕ ਵੱਖਰੇ ਇਹਨਾਂ ਦੇ ਨਾਰਾਜ਼ 22-23 ਬੰਦੇ, ਉਹਨਾਂ ਨੇ ਅਲੱਗ ਮੀਟਿੰਗ ਕੀਤੀ ਇੱਕ, ਆ ਕਾਂਗਰਸ ਚ ਪਾੜੀ ਨਾ ਪੈ ਜਾਏ ਕਿਤੇ, ਜਿਵੇਂ ਆਪਣੇ ਨਹਿਰਾਂ ਚ ਪੈ ਜਾਂਦਾ ਕਦੀ ਕਦੀ। ਵੈਸੇ ਤਾਂ ਕਾਂਗਰਸ ਚ ਪਹਿਲਾਂ ਵੀ ਕਈ ਪਾੜ ਪਏ, ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਸਮੇਂ-ਸਮੇਂ ਤੇ ਪਾੜ ਪੈਂਦੇ ਆ ਜਦੋਂ ਵਿਚਾਰਧਾਰਾ ਤੋਂ ਭਟਕਦੀ ਹੈ ਪਾਰਟੀ ਦੀ ਲੀਡਰਸ਼ਿਪ ਅਗਵਾਈ ਜਦੋਂ ਓਡੀ ਮਜ਼ਬੂਤ ਨਹੀਂ ਰਹਿੰਦੀ। ਸੋ ਜਿਹੜੀ ਤੁਹਾਡਾ ਮੂਲ ਸਵਾਲ ਸੀ ਵਿਧਾਨ ਸਭਾ ਸੈਸ਼ਨ ਦਾ, ਇਸ ਵਿਧਾਨ ਸਭਾ ਸੈਸ਼ਨ 'ਚ ਅੱਜ ਪਹਿਲੇ ਦਿਨ ਤਾਂ ਸਿਰਫ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਹੈ, ਜਿਹੜੇ ਵਿਛੜੀਆਂ ਆਤਮਾ, ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ। ਫਿਰ ਅੱਜ ਮੰਤਰੀ ਮੰਡਲ ਦੀ ਬੈਠਕ ਹੈ 3 ਵਜੇ, ਪੰਜਾਬ ਦੇ ਮੰਤਰੀ ਮੰਡਲ ਦੀ। ਉਹਦੇ 'ਚ ਕੋਈ ਮਤੇ ਜਿਹੜੇ ਨੇ, ਜਿਹੜੇ ਵਿਧਾਨ ਸਭਾ ਸੈਸ਼ਨ 'ਚ 2 ਮਾਰਚ ਨੂੰ ਰੱਖੇ ਜਾਣੇ ਨੇ, ਉਹਨਾਂ ਦੇ ਵਿਚਾਰ ਚਰਚਾ ਹੋਊਗੀ। ਔਰ ਮੈਨੂੰ ਇਹ ਲੱਗਦਾ ਹੈ ਕਿ ਖੇਤੀ ਕਾਨੂੰਨਾਂ ਦਾ ਮਤਾ ਨਵੇਂ ਸਿਰੇ ਤੋਂ ਲਿਆਇਆ ਜਾਊਗਾ, ਸੋਧ ਬਿੱਲ ਨਵੇਂ ਸਿਰੇ ਤੋਂ ਲਿਆਏ ਜਾਣਗੇ, ਔਰ ਕੈਪਟਨ ਅਮਰਿੰਦਰ ਸਿੰਘ ਇਹ ਸੋਧ ਬਿੱਲ ਨਵੇਂ ਸਿਰੇ ਤੋਂ ਪਾਸ ਕਰੂਗਾ। ਹੁਣ ਅਕਾਲੀ ਦਲ ਦਾ ਸਟੈਂਡ ਕੀ ਹੈ ਉਹਨਾਂ ਨੇ ਹਜੇ ਦੱਸਿਆ ਨਹੀਂ, ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈ ਉਹਨਾਂ ਨੇ ਹਜੇ ਦੱਸਿਆ ਨਹੀਂ, ਦੋਨਾਂ ਪਾਰਟੀਆਂ ਨੇ ਨਹੀਂ ਦੱਸਿਆ ਵੀ ਜੇ ਸੋਧ ਮਤੇ ਆਉਂਦੇ ਆ ਤੇ ਸਾਡਾ ਰੁਖ ਕੀ ਹੋ। ਨਾ ਅਕਾਲੀ ਦਲ ਨੇ ਦੱਸਿਆ, ਨਾ ਆਮ ਆਦਮੀ ਪਾਰਟੀ ਨੇ ਦੱਸਿਆ ਵੀ ਜੇ ਕੈਪਟਨ ਦੁਬਾਰਾ ਸੋਧ ਮਤੇ ਲਿਆਉਂਦਾ ਹੈ ਕੀ ਤੁਸੀਂ ਸਮਰਥਨ ਕਰੋਗੇ ਜਾਂ ਵਿਰੋਧ ਕਰੋਗੇ। ਜੀ, ਇਹ ਤਾਂ ਜਿਵੇਂ ਤੁਹਾਡਾ ਸ਼ਬਦ ਹੈ, ਕੈਪਟਨ ਕਿਤੇ ਸਿਆਸੀ ਗੇਮ 'ਚ ਨਾ ਉਲਝਾ ਲਏ ਅਕਾਲੀ ਦਲ ਤੇ ਆਪ ਨੂੰ, ਇਹ ਦੇਖਣ ਵਾਲੀ ਗੱਲ ਰਹੂਗੀ। ਹੁਣ ਦੂਸਰੀ ਗੱਲ ਇਹ ਵੀ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ, ਬਹੁਤ ਸਾਰੇ ਸਾਡੇ ਕਿਸਾਨ ਨੇ ਪੁਰਾਣੇ ਸਮਿਆਂ 'ਚ ਜਿਨ੍ਹਾਂ ਤੇ ਪਰਚੇ ਦਰਜ ਹੋਏ, ਜਦੋਂ ਵੀ ਕੋਈ ਕਿਸਾਨ ਸੜਕ ਰੋਕਦੇ, ਅੰਦੋਲਨ ਕਰਦੇ ਆ ਨਾ, ਪੁਲਿਸ ਪਰਚੇ ਦਰਜ ਕਰ ਲੈਂਦੀ ਤੇ ਉਹ ਲੰਮਾ ਸਮਾਂ ਜਾਂਚ ਦੇ ਦਾਇਰੇ 'ਚ ਪਏ ਰਹਿੰਦੇ ਆ। ਦੇਖੋ ਰਸਤੇ ਰੋਕਣ ਦੇ ਅਕਾਲੀ ਦਲ ਦੇ ਲੀਡਰਾਂ ਦੇ ਵੀ ਪਰਚੇ ਦਰਜ ਹੋਏ ਸੀ, ਕੋਈ ਫੜਿਆ ਗਿਆ ਅਜੇ ਤੱਕ? ਬਿਲਕੁਲ ਹੈ ਜੀ, ਉਹ ਫੜਿਆ ਗਿਆ ਹੋਵੇ ਜਾਂ ਜ਼ਮਾਨਤਾਂ ਲੈ ਲਈਆਂ ਹੋਣੀਆਂ ਇਹਨਾਂ ਨੇ। ਹੁਣ ਤੁਸੀਂ ਦੇਖੋ ਜੇ ਆਮ ਵਿਅਕਤੀ ਤੇ ਕਿਸੇ ਤੇ ਪਰਚਾ ਦਰਜ ਹੋਇਆ ਹੋਵੇ ਨਾ ਜੀ, ਪੁਲਿਸ ਵਾਲੇ ਰਿਸ਼ਤੇਦਾਰਾਂ ਨੂੰ ਵੀ ਚੱਕ ਲੈਂਦੇ ਸਾਡੇ ਜੀ। ਤੇ ਸਾਡੇ ਪੁਲਿਸ ਦੇ ਅਫਸਰ ਬੜੇ ਕਾਬਲ ਨੇ, ਪਰ ਇਹ ਲੀਡਰਾਂ ਨੂੰ ਹੱਥ ਪਾਉਣੋਂ ਡਰਦੇ ਜੀ। ਇਹ ਲੀਡਰਾਂ ਤੋਂ ਪਤਾ ਨਹੀਂ ਕਿਉਂ ਡਰਦੇ ਪੁਲਿਸ ਵਾਲੇ, ਆਮ ਬੰਦੇ ਤੋਂ ਜਮਾ ਨਹੀਂ ਡਰਦੇ, ਡਰਨਾ ਵੀ ਨਹੀਂ ਚਾਹੀਦਾ। ਲੀਡਰ ਚੱਕਣ ਤੋਂ ਪਹਿਲਾਂ ਵੱਡੇ ਮੈਂ ਅਫਸਰ ਦੇਖਿਆ ਜੀ, ਵੱਡੇ ਅਫਸਰ ਸੋਚਾਂ 'ਚ ਪੈ ਜਾਂਦੇ ਵੀ ਕਹਿੰਦੇ ਲੀਡਰ ਨੂੰ ਹੱਥ ਨਹੀਂ ਪਾਉਣਾ ਜੀ। ਜਦ ਕਿ ਅਫਸਰ ਦੇਖੋ ਕਿੱਡੇ ਇਮਾਨਦਾਰ ਨੇ, ਐਡੀ ਮਿਹਨਤ ਕਰਦੇ ਦਿਨ ਰਾਤ, 24 ਘੰਟੇ ਦੀ ਨੌਕਰੀ ਪੁਲਿਸ ਵਾਲਿਆਂ ਦੀ। ਮੈਂ ਦੇਖਦਾ ਕਈ ਵਾਰੀ ਕਿਸੇ ਮੁੱਖ ਮੰਤਰੀ ਦਾ ਗੇੜਾ ਹੋਵੇ ਤੇ ਕਿੰਨਾ ਸਮਾਂ ਸੜਕ ਤੇ ਡਿਊਟੀ ਦੇਣੀ ਪੈਂਦੀ ਮੁਲਾਜ਼ਮ ਜੀ। ਪਰ ਲੀਡਰ ਚੱਕਣ ਵੇਲੇ ਪਤਾ ਨਹੀਂ ਕਿਉਂ ਡਰਦੇ ਅਫਸਰ। ਆਮ ਬੰਦੇ ਨੂੰ ਕਿਸੇ ਨੂੰ ਚੱਕਣਾ ਹੋਵੇ ਮਿੰਟ ਲਾਉਂਦੇ, ਟੱਬਰ ਹੀ ਚੱਕ ਲਿਆਉਂਦੇ ਜੀ। ਮੈਂ ਕਹਿੰਦਾ ਕਿਤੋਂ ਵੀ ਲੱਭ ਲਿਆਉਂਦੇ ਗਗਨ, ਬਿਲਕੁਲ ਲੀਡਰ ਨਹੀਂ ਲੱਭਦਾ। ਇੱਕ ਸਿਟੀ ਸੈਂਟਰ ਘੁਟਾਲੇ 'ਚ ਵੀ ਸੀ ਲੀਡਰ, ਉਹ ਲੱਭਿਆ ਹੀ ਨਹੀਂ, ਉਹ ਬਾਹਰ ਹੀ ਚਲਾ ਗਿਆ ਸੀ। ਬਾਅਦ 'ਚ ਤਾਂ ਫਿਰ ਉਹ ਦੁਨੀਆ ਤੋਂ ਹੀ ਬਾਹਰ ਚਲਾ ਗਿਆ ਜੀ, ਪਰ ਲੱਭ ਨਹੀਂ ਸਕੇ ਉਹਨੂੰ ਪੁਲਿਸ ਵਾਲੇ। ਇਸੇ ਤਰ੍ਹਾਂ ਆ ਦੇਖੋ ਪਰਚੇ, ਕਹਿੰਦੇ ਰੋਡ ਬਲੌਕ ਕਰਨ ਦੇ ਹੋਏ ਸੀ, ਟ੍ਰੈਫਿਕ ਜਾਮ ਕਰਨ ਦੇ ਪਰਚੇ ਹੋਏ ਸੀ ਅਕਾਲੀ ਦਲ ਦੇ ਲੀਡਰਾਂ ਤੇ, ਨਹੀਂ ਲੱਭੇ ਅੱਜ ਤੱਕ ਪੁਲਿਸ ਨੂੰ। ਪੁਲਿਸ ਦੇ ਰਿਕਾਰਡ 'ਚ ਲਿਖਿਆ ਹੋਊਗਾ ਵੀ ਅਸੀਂ ਲੱਭ ਰਹੇ ਹਾਂ, ਇਹਨਾਂ ਨੂੰ ਲੱਭ ਨਹੀਂ ਰਹੇ, ਰੋਜ਼ ਰੈਲੀਆਂ ਕਰਦੇ ਹੈ ਜੀ। ਆ ਚੰਡੀਗੜ੍ਹ ਇਹਨਾਂ ਨੇ ਰੈਲੀ ਦਾ ਐਲਾਨ ਕੀਤਾ, ਸਾਰੀ ਪੁਲਿਸ ਇਕੱਠੀ ਹੋ ਕੇ ਚੱਲਦੇ ਆਪਣੇ ਥਾਣੇ ਵਾਲੇ ਜੀ, ਪਰ ਨਹੀਂ ਜਾਣਾ ਕਿਸੇ ਨੇ। ਇਹ ਸਿਸਟਮ ਇਹੋ ਜਿਹਾ ਬਣ ਗਿਆ ਤੇ ਲੋਕ ਨੇ ਜਿਹੜੇ ਉਹ ਮਜਬੂਰ ਨੇ ਇਸ ਸਿਸਟਮ 'ਚ ਉਲਝਣ ਨੂੰ। ਲੋਕ ਇਸੇ ਆਸ 'ਚ ਬੈਠੇ ਨੇ ਵੀ ਸ਼ਾਇਦ ਮੋਦੀ ਸਾਹਿਬ ਡੀਜ਼ਲ ਦਾ ਰੇਟ ਘਟਾ ਦੇਣ, ਪੈਟਰੋਲ ਦਾ ਘਟਾ ਦੇਣ, ਕੈਪਟਨ ਅਮਰਿੰਦਰ ਸ਼ਾਇਦ ਕੋਈ ਵੈਟ ਘਟਾ ਦੇ। ਲੋਕ ਤਾਂ ਅਸੀਂ ਆਪਣੀਆਂ ਸਮੱਸਿਆਵਾਂ 'ਚ ਹੀ ਉਲਝੇ ਹੋਏ ਹਾਂ ਤੇ ਮੰਤਰੀਆਂ ਦੀ, ਲੀਡਰਾਂ ਦੀਆਂ ਮੌਜਾਂ ਨੇ। ਦੇਖੋ ਸਰਕਾਰੀ ਖਰਚੇ ਤੇ ਸਸਤਾ ਭੋਜਨ,
ਸਰਕਾਰੀ ਗੱਡੀਆਂ, ਇਹਨਾਂ ਦਾ ਕਿਹੜਾ ਡੀਜ਼ਲ ਕੋਲੋਂ ਪੈਣਾ ਗਗਨ, ਇਹਨਾਂ ਨੂੰ ਤਾਂ ਮਿਲ ਜਾਣਾ। ਸਾਡੇ ਵਰਗੇ ਨੂੰ ਦਿੱਕਤ ਹੈ ਜਦੋਂ ਡੀਜ਼ਲ ਦੀ ਸੂਈ ਜਿੰਨੇ ਮਰਜ਼ੀ ਪੈਸਿਆਂ ਦੀ ਪਵਾ ਲਓ ਉੱਪਰ ਵੱਧਦੀ ਨਹੀਂ ਨਾ, ਫਿਰ ਦੁੱਖ ਹੁੰਦਾ ਜੀ। ਦੇਖੋ ਉਧਰ 25 ਤਰੀਕ ਦੀ ਜਿਹੜੀ ਅੱਜ ਦੀ ਜਿਹੜੀ ਮੈਂ 25 ਸੈਕਟਰ ਦੀ ਰੈਲੀ ਹੈ ਜਿਹੜੀ ਅੱਜ ਦੀ ਅਕਾਲੀ ਦਲ ਦੀ, ਉਹਦੇ ਲਈ ਵੀ ਬੜੀਆਂ ਤਿਆਰੀਆਂ ਕੀਤੀਆਂ, ਬਹੁਤ ਵੱਡਾ ਪੰਡਾਲ ਬਣਾਇਆ। ਕਹਿੰਦੇ ਜੀ, ਕਹਿੰਦੇ ਸਰਕਾਰ ਦੇ 4 ਸਾਲ ਦੇ ਵਾਅਦੇ ਅਸੀਂ ਯਾਦ ਕਰਾਉਣੇ। ਕਈ ਪੋਲੀਟੀਕਲ ਬਿਆਨ ਆਏ ਨੇ ਸੈਸ਼ਨ ਨੂੰ ਲੈ ਕੇ ਵੀ, ਕਈ ਅਹਿਮ ਮਸਲਿਆਂ ਤੇ। ਉਹ ਬੀਬੀ ਨਵਦੀਪ ਕੌਰ ਦਾ ਤਾਂ ਚਲੋ ਬਾਅਦ ਚ ਸੁਣਾਈ, ਉਹ ਪੋਲੀਟੀਕਲ ਬਿਆਨ ਇਸ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਇੱਕ ਵਾਰੀ ਸੁਣਾ ਦਿਓ ਜੀ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ 4 ਸਾਲ ਹੋ ਗਏ, ਕੋਈ ਵਾਅਦਾ ਪੂਰਾ ਨਹੀਂ ਕੀਤਾ ਕੈਪਟਨ ਸਾਹਿਬ ਨੇ। ਭਾਵੇਂ ਉਹ ਘਰ ਨੌਕਰੀ ਹੋਵੇ, ਭਾਵੇਂ ਉਹ ਕਰਜ਼ਾ ਮਾਫੀ ਹੋਵੇ, ਭਾਵੇਂ 2500 ਰੁਪਏ ਬੁਢਾਪਾ ਪੈਨਸ਼ਨ ਹੋਵੇ, ਭਾਵੇਂ 5 ਮਰਲਿਆਂ ਦੇ ਗਰੀਬਾਂ ਨੂੰ ਪਲਾਟ ਤੇ ਘਰ ਪਾ ਕੇ ਦੇਣ ਦੀ ਗੱਲ ਹੋਵੇ, ਭਾਵੇਂ ਸਮਾਰਟਫੋਨਾਂ ਦੀ ਗੱਲ ਹੋਵੇ, ਕੋਈ ਵਾਅਦਾ ਪੂਰਾ ਨਹੀਂ ਕੀਤਾ। ਹਜੇ ਵੀ 1 ਸਾਲ ਪਿਆ, 1 ਸਾਲ ਦੇ ਵਿੱਚ ਵੀ ਬਹੁਤ ਕੁਝ ਕਰ ਸਕਦੇ ਆ। ਪਰ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ 1 ਸਾਲ ਪਹਿਲਾਂ ਹੀ ਜਿਹੜੀ ਕਾਂਗਰਸ ਹੈ ਉਹ ਆਪਸ ਦੇ ਵਿੱਚ ਹੀ ਉਲਝੀ ਪਈ ਹੈ। ਮੁੱਖ ਮੰਤਰੀ ਦੇ ਚਿਹਰੇ ਦੀ ਲੜਾਈ ਜਿਹੜੀ ਹੈ ਉਹ ਲੜੀ ਜਾਂਦੇ ਨੇ। ਜਾਖੜ ਸਾਹਿਬ ਕਹਿੰਦੇ ਕੈਪਟਨ ਸਾਹਿਬ ਮੁੱਖ ਮੰਤਰੀ ਹੋਣਗੇ 2022 ਚ, ਤੇ ਬਾਕੀ ਬਾਜਵਾ ਸਾਹਿਬ, ਪ੍ਰਗਟ ਸਿੰਘ, ਹੋਰ ਜਿਹੜੇ ਧੜੇ ਨੇ ਉਹ ਕਹਿੰਦੇ ਹਾਈ ਕਮਾਂਡ ਤੈਅ ਕਰੂ ਇਹ ਕੌਣ ਹੁੰਦੇ ਆਪਦੇ ਆਪ ਨੂੰ ਸੀਐਮ ਦਾ ਚਿਹਰਾ ਜਿਹੜਾ ਉਹਦੇ ਚ ਐਲਾਨ ਕਰਨ ਵਾਲੇ। ਸੋ 1 ਸਾਲ ਪਹਿਲਾਂ ਹੀ ਇਹਨਾਂ ਨੇ ਕੁਰਸੀ ਦੇ ਪਾਵਿਆਂ ਨੂੰ ਹੱਥ ਪਾ ਲਿਆ ਤੇ ਖਿੱਚੋਤਾਣ ਦੇ ਵਿੱਚ ਪੈ ਗਏ। ਜੇ ਕਿਤੇ ਇਹੀ ਲੜਾਈ ਜਿਹੜਾ ਸਮਾਂ ਲੜਾਈ ਦੇ ਵਿੱਚ ਬਿਤਾ ਰਹੇ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਲਾ ਦਿੰਦੇ ਤਾਂ ਪੰਜਾਬ ਦਾ ਥੋੜਾ ਜਿਹਾ ਭਲਾ ਹੋ ਜਾਂਦਾ। ਇੱਕ ਪੈਸੇ ਦੀ ਸਰਕਾਰ ਕੋਲੇ ਬਜਟ ਸੈਸ਼ਨ ਦੇ ਵਿੱਚ ਉਮੀਦ ਨਹੀਂ ਹੈ, ਕਿਉਂਕਿ ਪਿਛਲੇ ਬਜਟ ਤੁਸੀਂ ਦੇਖਿਆ ਕੱਲਾ ਝੂਠ ਮਾਰ ਕੇ ਖਜ਼ਾਨੇ ਦਾ ਢਿੱਡ ਨਹੀਂ ਭਰਦਾ। ਤੁਸੀਂ ਫਿਗਰਾਂ ਲੈ ਆਉਂਦੇ ਹੋ, ਇੰਨੇ 1000 ਕਰੋੜ ਇੱਥੋਂ ਆ ਜਾਊਗਾ, ਇੰਨੇ 1000 ਕਰੋੜ ਇੱਥੇ ਆ ਜਾਊਗਾ। ਬਾਅਦ 'ਚ ਕਹਿੰਦੇ ਜਦੋਂ ਕਰਫਿਊ ਲੱਗਿਆ ਸੀ ਸ਼ਰਾਬ ਦਾ 5600 ਕਰੋੜ ਰੁਪਈਆ ਖਾਧਾ ਪੀਤਾ ਗਿਆ, ਉਹ ਖਜ਼ਾਨੇ ਦੇ ਵਿੱਚ ਨਹੀਂ ਆਇਆ। ਹੁਣ ਤੱਕ ਦੱਸੋ ਕਿ ਜਿੰਨੀਆਂ ਅਨਾਉਂਸਮੈਂਟ, ਪਹਿਲਾ ਜਿਹੜਾ ਸੈਸ਼ਨ ਸੀ ਬਜਟ ਸੈਸ਼ਨ, ਮੁੱਖ ਮੰਤਰੀ ਸਾਹਿਬ ਦੀ ਅਨਾਉਂਸਮੈਂਟ ਸੀ ਨਾ, ਉੱਥੇ ਖੜ੍ਹ ਕੇ ਕਿ ਅੱਜ ਤੋਂ ਕਰਜ਼ੇ 'ਤੇ ਲਕੀਰ ਮਾਰ ਦਿੱਤੀ ਗਈ ਹੈ। ਕਿੰਨੇ ਵੱਡੇ ਵੱਡੇ ਵਾਅਦੇ ਸੀ, ਇੱਕ ਵੀ ਦੱਸੇ ਨਾ ਵੀ ਸਰਕਾਰ ਵੀ ਆਹ ਅਸੀਂ ਵਾਅਦਾ ਪੂਰਾ ਕੀਤਾ। ਕਰਪਸ਼ਨ ਹੈ ਚਾਰੇ ਪਾਸੇ, ਸਕੈਂਡਲ ਹੀ ਸਕੈਂਡਲ ਹੈ। ਤੇ ਡੱਲਾ ਸਾਹਿਬ ਉਧਰ ਨੌਦੀਪ ਨੂੰ ਲੈ ਕੇ ਨਾਲ ਬਿਠਾ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਬੜੀਆਂ ਅਹਿਮ ਗੱਲਾਂ ਇਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਨੌਦੀਪ ਨੇ ਵੀ ਕਹੀਆਂ ਨੇ, ਤੇ ਇਸੇ ਦਰਮਿਆਨ ਇੱਕ ਵੱਡੀ ਗੱਲ ਜਿਹੜੀ ਜੋ ਕੁਝ ਨਿਕਲ ਕੇ ਸਾਹਮਣੇ ਆਇਆ ਉਸ ਦੇ ਵਿੱਚ ਸੀ ਕਿ ਹੁਣ ਸਿਆਸੀ ਤੌਰ ਦੇ ਉੱਤੇ ਵੀ ਨੌਦੀਪ ਨੂੰ ਦੁਬਾਰਾ ਐਕਟਿਵ ਕਰਨ ਦੀਆਂ ਕੋਸ਼ਿਸ਼ਾਂ ਨੇ, ਕਿਉਂਕਿ ਜਿਹੋ ਜਿਹਾ ਨਾਮ ਨਾਲ ਨੌਦੀਪ ਇਸ ਅੰਦੋਲਨ ਦੇ ਦਰਮਿਆਨ ਖੜ ਚੁੱਕੀ ਹੈ, ਉਹ ਕਿਤੇ ਨਾ ਕਿਤੇ ਹੁਣ ਪੋਲੀਟੀਕਲ ਪਾਰਟੀਆਂ ਕੈਸ਼ ਕਰਨ ਦੀ ਦੌਰ ਦੇ ਵਿੱਚ ਨਜ਼ਰ ਆ ਰਹੀਆਂ ਨੇ। ਨਹੀਂ ਦੇਖੋ, ਪੋਲੀਟੀਕਲ ਪਾਰਟੀਆਂ ਦੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਜੇ ਕਿਸੇ ਵਿਅਕਤੀ ਦੀ ਚੜ੍ਹਤ ਹੈ, ਕੋਈ ਸਮਾਜਿਕ ਕਾਰਕੁਨ ਹੈ, ਤੇ ਉਹਨੂੰ ਅਸੀਂ ਆਪਣੀ ਪਾਰਟੀ 'ਚ ਲੈ ਆਈਏ। ਪਰ ਮਨਜਿੰਦਰ ਸਿਰਸਾ ਨੇ ਚੰਗਾ ਕੰਮ ਕੀਤਾ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਚੰਗਾ ਕੰਮ ਕੀਤਾ ਇਸ ਅੰਦੋਲਨ 'ਚ। ਬਹੁਤ ਸਾਰੇ ਲੋਕਾਂ ਦੀਆਂ ਜ਼ਮਾਨਤਾਂ ਲਈ ਕਾਨੂੰਨੀ ਲੜਾਈ ਉਹਨਾਂ ਨੇ ਲੜੀ ਹੈ, ਸੋ ਮੁਬਾਰਕਬਾਦ ਦੇ ਪਾਤਰ ਨੇ ਮਨਜਿੰਦਰ ਸਿੰਘ ਸਿਰਸਾ ਵੀ, ਔਰ ਉਹਨਾਂ ਦੇ ਸਾਰੇ ਵਕੀਲ ਭਰਾ ਔਰ ਕਮੇਟੀ ਦੇ ਹੋਰ ਮੈਂਬਰ। ਲੰਗਰ ਦਾ ਪ੍ਰਬੰਧ ਕੀਤਾ, ਸੇਵਾ ਦਾ ਪ੍ਰਬੰਧ ਕੀਤਾ। ਨੌਦੀਪ ਦੀ ਰਿਹਾਈ ਲਈ ਵੀ ਚੰਗੀ ਜਦੋਜਹਿਦ ਕੀਤੀ ਮਨਜਿੰਦਰ ਸਿਰਸਾ ਨੇ ਵੀ, ਔਰ ਬਾਕੀ ਉਹਨਾਂ ਦੇ ਵਕੀਲ ਸਾਥੀਆਂ ਨੇ ਵੀ। ਹੁਣ ਸੰਕੇਤ ਇਹ ਹੈ ਵੀ ਨੌਦੀਪ ਨੂੰ ਵੀ ਸਿਆਸਤ 'ਚ ਐਂਟਰੀ ਕਰਾਈ ਜਾ ਸਕਦੀ ਹੈ, ਔਰ ਕਰਾ ਦਿੱਤੀ ਜਾਵੇ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਦੇਖੋ ਨੌਦੀਪ ਪੜ੍ਹੀ ਲਿਖੀ ਕੁੜੀ ਹੈ, ਅਗਰ ਉਹ ਸਿਆਸਤ ਚਾਹੁੰਦੀ ਹੈ ਤੇ ਉਹਦਾ ਸਵਾਗਤ ਹੋਣਾ ਚਾਹੀਦਾ ਹੈ। ਔਰ ਮੈਂ ਲਗਾਤਾਰ ਹਰ ਮੰਚ ਤੇ ਕਹਿਣਾ ਕਿ ਸਾਡੇ ਕਿਸਾਨਾਂ ਨੂੰ ਵੀ ਪੋਲੀਟੀਕਲ ਪਾਰਟੀ ਬਣਾ ਲੈਣੀ ਚਾਹੀਦੀ ਹੈ। ਆ ਡੇਰੇ ਵਾਲੇ ਨੇ, ਸਿਰਸੇ ਵਾਲੇ ਨੇ ਦੇਖੋ ਪੋਲੀਟੀਕਲ ਵਿੰਗ ਬਣਾ ਲਿਆ ਸੀ, ਸਾਰੀਆਂ ਪੋਲੀਟੀਕਲ ਪਾਰਟੀਆਂ ਘਮਾਉਂਦਾ ਰਿਹਾ ਉਹ। ਬਿਲਕੁਲ, ਆ ਸਾਰੇ ਉੱਥੇ ਜਾ ਕੇ ਮੰਗਦੇ ਸੀ ਹਮਾਇਤ, ਵੀ ਸਾਨੂੰ ਹਮਾਇਤ ਦੇ ਦਿਓ ਬਾਬਾ ਜੀ। ਹੁਣ ਅੱਜ ਕੱਲ੍ਹ ਤਾਂ ਉਹ ਅੰਦਰ ਹੈ। ਪਰ ਪੋਲੀਟੀਕਲ ਪਾਰਟੀ ਕਿਸਾਨ ਮੋਰਚੇ ਨੂੰ ਵੀ ਆਪਣਾ ਪੋਲੀਟੀਕਲ ਵਿੰਗ ਬਣਾ ਲੈਣਾ ਚਾਹੀਦਾ। ਪੋਲੀਟਿਕਸ ਕਿਸਾਨਾਂ ਨੂੰ ਆਉਣਾ ਚਾਹੀਦਾ ਪੋਲੀਟਿਕਸ, ਔਰ ਵਿਧਾਨ ਸਭਾ 'ਚ ਕਿਸਾਨ ਬੈਠੇ ਹੋਣ। ਇਹਦੇ ਨਾਲ ਪੰਜਾਬ, ਕਿਉਂਕਿ ਖੇਤੀ ਆਧਾਰਿਤ ਸੂਬਾ ਹੈ, ਇਹਦੇ ਨਾਲ ਪੰਜਾਬ ਦਾ ਫਾਇਦਾ ਹੋਊਗਾ। ਪਾਰਲੀਮੈਂਟ ਦੀਆਂ ਚੋਣਾਂ ਵੀ ਕਿਸਾਨ ਸੰਗਠਨ ਨੂੰ ਲੜਨੀਆਂ ਚਾਹੀਦੀਆਂ ਨੇ, ਔਰ ਇਹੀ ਵੇਲਾ ਹੈ। ਦੇਖੋ ਕਿਸਾਨ ਮੋਰਚੇ ਵਾਲੇ ਅਗਰ ਹੁਣ ਉਸ ਪੋਜੀਸ਼ਨ 'ਚ ਹੈਗੇ ਨੇ ਜਦੋਂ ਉਹ ਆਪਣੀ ਪੋਲੀਟੀਕਲ ਪਾਰਟੀ ਖੜੀ ਕਰ ਸਕਦੇ ਨੇ। ਜੇ ਆਹ ਵੇਲਾ ਹੁੰਝ ਗਿਆ ਹੈ ਜੀ, ਬਸੰਤ ਵਾਲੇ ਦਿਨ ਜੇ ਤੁਸੀਂ ਝੰਡੀ ਕਰਨੀ ਹੈ ਨਾ ਪਤੰਗਬਾਜ਼ੀ 'ਚ, ਤੇ ਤੁਹਾਨੂੰ ਸਵੇਰੇ ਪਤੰਗ ਉਡਾਉਣਾ ਪਊਗਾ। ਜੇ ਸ਼ਾਮ ਨੂੰ 7 ਵਜੇ ਨੂੰ ਉਡਾਓਗੇ ਉਦੋਂ ਤਾਂ ਡੋਲੀ ਉੱਡਣਾ ਹੀ ਸ਼ਾਮ ਨੂੰ। ਬਿਲਕੁਲ। ਸੋ ਸਮਾਂ ਰਹਿੰਦੇ, ਵਕਤ ਰਹਿੰਦੇ, ਤਾਂ ਹੀ ਤਾਂ ਕਹਿੰਦੇ ਨੇ ਕਿ ਸਮਾਂ ਰਹਿੰਦੇ ਵਿਦਿਆਰਥੀ ਨੂੰ ਪੜ੍ਹਨ ਤੇ ਲਾਓ, ਤੇ ਪੜ੍ਹਨ ਸਾਰੀ ਸਮਾਂ ਰਹਿੰਦੇ ਉਹਨੂੰ ਕੰਮਕਾਰ 'ਚ ਪਾਓ, ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਉਸਾਰੂ ਵਾਲੇ ਪਾਸੇ ਚੱਲੇ। ਹੁਣ ਕਿਸਾਨ ਮੋਰਚੇ ਦਾ ਅੰਦੋਲਨ ਹੈ ਜਿਹੜਾ, ਉਹ ਮੈਂ ਇਹ ਕਹੂੰਗਾ ਕਿ ਉਹ ਮੈਟ੍ਰਿਕ ਕਰ ਗਿਆ, ਉਹ ਕਾਲਜ 'ਚ ਆ ਗਿਆ। ਹੁਣ ਬਹੁਤ ਉਸਾਰੂ ਦਿਸ਼ਾ ਦੇਣ ਦੀ ਲੋੜ ਹੈ ਕਿਸਾਨ ਮੋਰਚੇ ਦੇ ਅੰਦੋਲਨ ਨੂੰ। ਇਹ 'ਚ ਸਿਆਣੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਮਿਲਣ, ਔਰ ਪੋਲੀਟੀਕਲ ਤੌਰ ਦੇ ਉੱਤੇ ਵਿੰਗ ਬਣਾ ਕੇ ਕਿਸਾਨ ਮੋਰਚੇ ਨੂੰ ਐਲਾਨ ਕਰ ਦੇਣਾ ਚਾਹੀਦਾ ਕਿ ਅਸੀਂ ਪੰਜਾਬ ਦੀਆਂ ਇਲੈਕਸ਼ਨਾਂ ਲੜਾਂਗੇ।
ਤਾਂ ਹੀ ਵਿਧਾਨ ਸਭਾ 'ਚ ਜਾ ਕੇ ਆਪਣੀ ਪੈਰਵਾਈ ਕਰਨਗੇ। ਜੀ ਕਿਉਂ ਜੀ? ਬਿਲਕੁਲ। ਕਿਉਂਕਿ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਲੋਕ ਨੇ ਨਾ ਜੀ, ਉਹਨਾਂ ਦੇ ਤਾਂ ਆਪਣੇ ਕੰਮ ਧੰਦੇ ਚੰਗੇ ਚੱਲੀ ਜਾਂਦੇ ਨੇ। ਕਈਆਂ ਦੇ ਜਵਾਕ ਬਾਹਰ ਪੜਨ ਗਏ ਹੋਏ ਨੇ। ਕਿੰਨੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ, ਉਹਨਾਂ ਦੇ ਜਵਾਕ ਜਾਂ ਤਾਂ ਬਾਹਰੋਂ ਪੜ੍ਹ ਕੇ ਆਉਂਦੇ ਨੇ, ਸਿਆਸਤ ਕਰਦੇ ਨੇ, ਜਾਂ ਬਾਹਰ ਚਲੇ ਜਾਂਦੇ ਨੇ, ਕੰਮਕਾਰ ਕਰਦੇ ਨੇ। ਇਹਨਾਂ ਦੀਆਂ ਆਪਣੀਆਂ ਫੈਕਟਰੀਆਂ, ਚੌੜੇ ਟਾਇਰਾਂ ਵਾਲੀਆਂ ਇਹਨਾਂ ਕੋਲੇ ਗੱਡੀਆਂ, ਕਈ ਮੇਰੇ ਵਰਗੇ ਮਾਤੜ ਵੀ ਹੋਣਗੇ। ਪਰ ਕਿਸਾਨ ਮੋਰਚੇ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ, ਮੇਰਾ ਇਹ ਮਤ ਹੈ। ਤੇ ਡਾਲਾ ਸਾਹਿਬ, ਉਧਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਹੋਣਾ ਦਾ ਵੀ ਬਿਆਨ ਬੜੀਆਂ ਚਰਚਾਵਾਂ ਦੇ ਵਿੱਚ ਹੈ। ਰੁਲਦੂ ਸਿੰਘ ਮਾਨਸਾ ਨੇ ਨਵਾਂ ਬਿਆਨ ਲੱਖੇ ਸਿਧਾਣੇ ਨੂੰ ਲੈ ਕੇ ਦਿੱਤਾ ਹੈ। ਉਹ ਕਹਿੰਦੇ ਕਿ ਜੇਕਰ ਲੱਖੇ ਸਿਧਾਣੇ ਦੇ ਪਿੱਛੇ ਕੁਝ ਨੌਜਵਾਨ ਹੈ ਤਾਂ ਲੱਖਾ ਸਿਧਾਣਾ ਵੱਖਰੀ ਜਥੇਬੰਦੀ ਬਣਾ ਕੇ ਸਾਡੇ ਨਾਲ ਆ ਕੇ ਖੜਾ ਹੋਵੇ। ਤੇ ਇਸ ਬਿਆਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਹੁਣ ਜੇ ਨੌਜਵਾਨ ਨਾਲ ਲਾ ਕੇ ਤੁਰ ਰਹੇ ਸੀ, ਜੇ ਵੱਖਰੀ ਜਥੇਬੰਦੀ ਬਣਾਉਂਦੇ ਨੇ ਤਾਂ ਉਸ ਦਾ ਅੰਦੋਲਨ ਦੇ ਉੱਤੇ ਕੀ ਫਰਕ ਵੇਖਦੇ ਹੋ? ਨਹੀਂ ਦੇਖੋ, ਮੈਨੂੰ ਇਹ ਲੱਗਦਾ ਕਿ ਕਿਉਂਕਿ ਉਹ ਇਸ ਕਰਕੇ ਕਹਿ ਰਹੇ ਹੋਣੇ ਆ ਕਿਉਂਕਿ ਲੱਖਾ ਸਿਧਾਣਾ ਕਿਸਾਨ ਮੋਰਚੇ ਦਾ ਮੈਂਬਰ ਨਹੀਂ ਨਾ ਜੀ। ਕਿਸਾਨ ਮੋਰਚੇ ਦਾ ਮੈਂਬਰ ਬਣਨ ਲਈ ਅਗਰ ਕਿਸਾਨਾਂ ਦੀ ਜਥੇਬੰਦੀ ਹੋਊਗੀ, ਉਹਦਾ ਸੰਗਠਨ ਹੋਊਗਾ, ਕੋਈ ਢਾਂਚਾ ਹੋਊਗਾ, ਉਹ ਤਾਂ ਹੀ ਸੰਯੁਕਤ ਮੋਰਚੇ ਦਾ ਹਿੱਸਾ ਬਣੂਗੀ ਨਾ। ਸੋ ਮੈਨੂੰ ਲੱਗਦਾ ਰੁਲਦੂ ਸਿੰਘ ਉਹਨਾਂ ਦਾ ਇਸ਼ਾਰਾ ਇਸ ਪਾਸੇ ਹੋਣਾ ਕਿ ਲੱਖਾ ਸਿਧਾਣਾ ਅਗਰ ਕਿਸਾਨਾਂ ਦੇ ਹੱਕ 'ਚ ਵੱਡੀ ਜਦੋਜਹਿਦ ਕਰਨਾ ਚਾਹੁੰਦਾ ਤੇ ਉਹਨੂੰ ਕੋਈ ਉਹਨੂੰ ਕੋਈ ਕਿਸਾਨ ਵਿੰਗ ਬਣਾ ਲੈਣਾ ਚਾਹੀਦਾ। ਲੱਖੇ ਸਿਧਾਣੇ ਨੂੰ ਕੀ ਦਿੱਕਤ ਹੈ? ਪੰਜਾਬ 'ਚ ਜਿਹੜਾ ਵੀ ਵਿਅਕਤੀ ਕਿਸਾਨੀ ਨਾਲ ਜੁੜਿਆ ਹੈ ਉਹ ਕਿਸਾਨ ਵਿੰਗ ਆਪਣਾ ਬਣਾ ਸਕਦਾ, ਆਪਣੀ ਕੋਈ ਸੰਗਠਨ ਸੰਸਥਾ ਕਿਸਾਨਾਂ ਵਾਲੀ ਬਣਾ ਲੈਣ। ਦੇਖੋ, ਸੰਗਠਿਤ ਹੋ ਕੇ ਆਪਣੀ ਗੱਲ ਅੱਗੇ ਰੱਖਣ 'ਚ ਕੋਈ ਬੁਰਾਈ ਨਹੀਂ। ਕਿੰਨੀਆਂ NGOs ਕੰਮ ਕਰ ਰਹੀਆਂ ਨੇ। ਸੋ ਕੋਈ ਖੇਤੀਬਾੜੀ ਨਾਲ ਸੰਬੰਧਿਤ NGO ਜਾਂ ਕੋਈ ਆਪਣੀ ਐਸੋਸੀਏਸ਼ਨ ਬਣਾ ਕੇ ਰੁਲਦਾ ਸਿੰਘ ਦੇ ਜ਼ਰੀਏ ਸੰਯੁਕਤ ਮੋਰਚੇ ਦਾ ਹਿੱਸਾ ਬਣ ਜਾਣਾ ਚਾਹੀਦਾ ਲੱਖਾ ਸਿਧਾਣਾ ਨੂੰ ਵੀ। ਇਹ ਹਰ ਕਿਸੇ ਨੂੰ, ਜਿਵੇਂ ਚੋਣ ਲੜਨ ਦਾ ਹੱਕ ਹੈ। ਦੇਖੋ, ਲੱਖਾ ਸਿਧਾਣਾ ਐਲਾਨ ਕਰ ਦੇ ਕਿ ਮੈਂ ਚੋਣ ਲੜਨਾ, ਵਿਧਾਨ ਸਭਾ 'ਚ ਜਾਵੇ, ਲੜਨੀ ਚਾਹੀਦੀ ਚੋਣ। ਨਾਲੇ ਪਤਾ ਲੱਗ ਜੂਗਾ ਨੌਜਵਾਨਾਂ ਦੀ ਤਾਕਤ ਕਿੰਨੀ ਕੁ ਹੈ। ਬਿਲਕੁਲ, ਨੌਜਵਾਨਾਂ ਨੂੰ ਤਾਕਤ ਦਿਖਾਉਣੀ ਚਾਹੀਦੀ ਆਪਣੀ। ਆ ਨੌਦੀਪ ਕੌਰ ਦੇ ਵੀ ਮੈਂ ਹੱਕ 'ਚ ਚੋਣ ਲੜਨੀ ਚਾਹੀਦੀ ਉਹਨੂੰ। ਜੀ ਬਿਲਕੁਲ। ਸੋ ਹੁਣ ਜਿਸੇ ਤਰ੍ਹਾਂ ਦੇ ਬਿਆਨ ਨੇ ਵੱਖ-ਵੱਖ ਨੌਜਵਾਨਾਂ ਨੂੰ ਲੈ ਕੇ, ਜੇ ਨੌਦੀਪ ਸਿਆਸਤ ਦੇ ਵਿੱਚ ਆਉਂਦੀ ਹੈ ਤਾਂ ਕਈ ਨੌਜਵਾਨ ਅਜਿਹੇ ਨੇ ਜਿਹੜੇ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਸਿਆਸਤ ਦੇ ਵਿੱਚ ਪੈਰ ਰੱਖ ਸਕਦੇ ਨੇ ਤੇ ਇਸ ਦੇਸ਼ ਦੀ ਸਿਆਸਤ ਦੇ ਵਿੱਚ ਵੱਡਾ ਯੋਗਦਾਨ ਇਹਨਾਂ ਦਾ ਵੀ ਹੋ ਸਕਦਾ ਹੈ। ਇਹ ਸਮੇਂ ਤੋਂ ਆਉਂਦਾ ਰਹਿੰਦਾ ਜੀ। ਦੇਖੋ, ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਿਆ, ਕਿੰਨੇ ਲੋਕ ਸਿਆਸਤ 'ਚ ਆ ਗਏ ਜੀ। ਕਿੰਨੇ ਲੋਕ ਸਿਆਸਤ 'ਚ ਆ ਗਏ। ਸਮੇਂ ਤੋਂ JP ਦਾ ਅੰਦੋਲਨ ਸੀ, ਕਿੰਨੇ ਲੋਕ ਸਿਆਸਤ 'ਚ ਆ ਗਏ। ਇਹ ਸਮੇਂ ਅੰਦੋਲਨ ਹਰ ਵਾਰ ਨਵੇਂ ਲੋਕ ਪੋਲਿਟਿਕਸ 'ਚ, ਰਾਜਨੀਤੀ 'ਚ ਆਉਂਦੇ ਰਹਿੰਦੇ ਨੇ ਔਰ ਆਉਣਾ ਵੀ ਚਾਹੀਦਾ। ਕੋਈ ਇਹਦੇ 'ਚ ਇਤਰਾਜ਼ ਵਾਲੀ ਗੱਲ ਨਹੀਂ ਜੀ। ਵਿਧਾਨ ਸਭਾ ਕਿਹੜਾ ਕੁਝ ਘਰਾਣਿਆਂ ਨੇ ਰਜਿਸਟਰੀ ਕਰਾ ਰੱਖੀ ਆ ਵੀ ਅਸੀਂ ਵੀ ਚੋਣ ਲੜਨੀ। ਬਿਲਕੁਲ, ਸਾਰਿਆਂ ਨੂੰ ਲੜਨੀ ਚਾਹੀਦੀ ਜੀ। ਤੇ ਡਾਲਾ ਸਾਹਿਬ, ਉਧਰ ਮੇਰਠ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਮਹਾ ਪੰਚਾਇਤ ਹੋਈ ਆ, ਉਹਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਬਹੁਤ ਵੱਡਾ ਇਕੱਠ ਉੱਥੇ ਮੇਰਠ ਦੇ ਵਿੱਚ ਕਾਮਯਾਬ ਹੋਏ ਨੇ ਕਰਨ ਦੇ ਵਿੱਚ ਅਰਵਿੰਦ ਕੇਜਰੀਵਾਲ। ਦੇਖੋ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਲੱਖਾ ਸਿਧਾਣਾ ਦੇ ਕਿੱਡਾ ਇਕੱਠ ਹੋ ਗਿਆ ਸੀ ਜੀ। ਆ ਮਹਾ ਪੰਚਾਇਤ ਬਰਨਾਲੇ ਵਾਲੀ 'ਚ ਕਿੰਨਾ ਇਕੱਠ ਹੋ ਗਿਆ ਸੀ ਜੀ। ਆ ਮੋਗੇ ਵਾਲੀ ਮਹਾ ਪੰਚਾਇਤ 'ਚ ਕਿੰਨਾ ਇਕੱਠ ਹੋ ਗਿਆ ਸੀ। ਕਿਸਾਨ ਅੰਦੋਲਨ ਨਾਲ ਜੁੜਿਆ ਕੋਈ ਵੀ ਸਮਾਗਮ ਹੋਊਗਾ, ਆਪ ਮੁਹਾਰੇ ਉੱਥੇ ਕਿਸਾਨ ਆਉਣਗੇ ਜੀ। ਹੈ ਜੀ। ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਐਡੀ ਰੈਲੀ ਕਰਦੇ, ਫਿਰ ਤਾਕਤ ਸਮਝ ਆਉਂਦੀ ਪਾਰਟੀ ਦੀ। ਕਿਸਾਨਾਂ ਨੇ ਤਾਂ ਆਉਣਾ ਹੀ ਆਉਣਾ ਹੈ। ਕਿਸਾਨ ਅੰਦੋਲਨ ਚੱਲ ਰਿਹਾ ਐਡਾ ਤਕੜਾ। ਸੋ ਇਸ ਕਰਕੇ ਇਹਦੇ 'ਚ ਇਕੱਠ, ਮੇਰਠ 'ਚ ਇਕੱਠ ਹੋ ਜਾਣਾ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਹ ਤਾਂ ਹੋਣਾ ਹੀ ਹੋਣਾ ਸੀ। ਆ ਸਿੰਘੂ ਬਾਰਡਰ ਤੇ ਦੇਖ ਲਓ ਕਿੰਨਾ ਇਕੱਠ ਹੈ। ਟਿਕਰੀ ਬਾਰਡਰ ਤੇ ਮੈਂ 2-3 ਦਿਨ ਪਹਿਲਾਂ ਆਇਆ, ਮੈਂ ਦਿੱਲੀੋਂ ਮੁੜ ਕੇ ਟਿਕਰੀ ਬਾਰਡਰ ਤੋਂ, ਕਿੰਨੇ ਕਿਲੋਮੀਟਰ ਤੇ ਕਿਸਾਨ ਹੀ ਕਿਸਾਨ ਜੀ। ਹੈ ਜੀ। ਸੋ ਤੁਸੀਂ ਦੱਸੋ, ਐਂ ਲੱਗਦਾ ਸੀ ਵੀ ਪਤਾ ਨਹੀਂ ਕਿੰਨੇ ਪਿੰਡ GT ਰੋਡ ਤੇ ਵਸੇ ਹੋਏ ਨੇ ਜੀ। ਟਰੈਕਟਰ ਬਾਹਰ ਨੂੰ ਨਿਕਲੇ, ਟਰਾਲੀਆਂ ਬਾਹਰ ਨੂੰ ਨਿਕਲੀਆਂ, ਇੱਟਾਂ ਪਈਆਂ, ਕਿਤੇ ਤਰਪਾਲਾਂ ਦਿੱਤੀਆਂ ਹੋਈਆਂ ਟਰਾਲੀਆਂ ਤੇ, ਚਾਨਣੀਆਂ ਲਾਈਆਂ ਹੋਈਆਂ, ਕਈਆਂ ਨੇ ਰੌਸ਼ਨੀ ਕੀਤੀ ਹੋਈ ਟਰਾਲੀਆਂ ਜੀ। ਸਾਂਝੇ ਗੋਦਾਮ, ਮਤਲਬ ਕੀ ਕਹਿੰਦੇ ਹੁੰਦੇ ਉਹਨੂੰ, ਤਰਪਾਲ ਦੇ ਗੋਦਾਮ ਦੇਖੇ ਮੈਂ ਉੱਥੇ। ਤਰਪਾਲ ਦਾ ਹੀ ਗੋਦਾਮ ਬਣਿਆ ਪਿਆ ਵੱਡਾ ਸਾਰਾ, ਹਾਲ ਕਹਿ ਲਓ ਤਰਪਾਲ ਦਾ, ਵੀ ਸਾਂਝੇ ਲੋਕਾਂ ਨੇ ਉੱਥੇ ਆਰਾਮ ਕਰਨਾ, ਉੱਥੇ ਆ ਕੇ ਆਰਾਮ ਕਰ ਸਕਦੇ ਨੇ। ਸੋ ਜੇ ਕੇਜਰੀਵਾਲ ਦੀ ਰੈਲੀ 'ਚ ਭੀੜ ਹੋ ਗਈ, ਇਹਨੂੰ ਕੋਈ ਬਹੁਤਾ ਜ਼ਿਆਦਾ ਚਿੰਤਾ ਕਰਨ ਵਾਲੀ ਗੱਲ ਨਹੀਂ ਵੀ ਸਿਆਸੀ ਤੌਰ ਤੇ ਭੀੜ ਹੋ ਗਈ। ਇਹ ਕਿਸਾਨ ਮਸਲੇ ਦੀ ਭੀੜ ਹੋਈ ਹੈ ਔਰ ਕੇਜਰੀਵਾਲ ਨੇ ਉੱਥੇ ਕਈ ਗੱਲਾਂ ਕਹੀਆਂ ਨੇ। ਇਹ ਵੀ ਕਹਿਤਾ ਕੇਜਰੀਵਾਲ ਨੇ, ਤਾਂ ਕਹਿੰਦਾ ਜਿਹੜਾ ਲਾਲ ਕਿਲੇ ਵਾਲੀਆਂ ਜਿਹੜੀਆਂ ਘਟਨਾਵਾਂ ਸੀ ਉਹਦੇ ਪਿੱਛੇ ਸਰਕਾਰ ਹੈ। ਇਹ ਕੇਜਰੀਵਾਲ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ। ਇਹ ਵੀ ਸਿਆਸਤ ਹੈ ਇੱਕ। ਬਿਲਕੁਲ, ਇਹ ਵੀ ਇੱਕ ਤਰ੍ਹਾਂ ਦੀ ਸਿਆਸਤ ਹੈ। ਸੋ ਇਹ ਤਾਂ ਹੁਣ ਜਦੋਂ ਜਾਂਚ ਹੋਊਗੀ, ਸੁਪਰੀਮ ਕੋਰਟ ਦੁੱਧ ਦਾ ਦੁੱਧ ਕਰੂਗੀ, ਪਾਣੀ ਦਾ ਪਾਣੀ ਕਰੂਗੀ, ਫੇਰ ਹੀ ਪਤਾ ਲੱਗਣਾ ਵੀ ਉਹਦੇ ਪਿੱਛੇ ਕੌਣ ਸੀ। ਪਰ ਸਾਡੇ ਪੋਲੀਟੀਕਲ ਲੀਡਰ, ਕਿਉਂਕਿ ਕਿਸਾਨਾਂ ਦੀਆਂ ਭਾਵਨਾਵਾਂ ਦੇ ਹੱਕ 'ਚ ਗੱਲ ਕਰਨੀ ਹੈ ਕੇਜਰੀਵਾਲ ਨੇ, ਇਸ ਕਰਕੇ ਕੇਜਰੀਵਾਲ ਕਹਿੰਦਾ ਵੀ ਉਹ ਸਰਕਾਰ ਨੇ ਕਰਾਇਆ ਜੀ। ਪਹਿਲਾਂ ਅਰਵਿੰਦ ਕੇਜਰੀਵਾਲ ਹੁਣੀ ਸ਼ੁਰੂ 'ਚ ਕਹਿੰਦੇ ਸੀ ਵੀ ਦਿੱਲੀ 'ਚ ਤਾਂ ਲੋੜ ਹੀ ਨਹੀਂ ਇਹਨਾਂ ਕਾਨੂੰਨਾਂ ਦੀ ਜੀ। ਕਹਿੰਦੇ ਸਾਨੂੰ ਤਾਂ ਇੱਥੇ ਅਸੀਂ ਤਾਂ MSP ਦੇ ਹਿਸਾਬ ਨਾਲ ਪੈਸੇ ਦਿੰਦੇ ਆ। ਕੇਜਰੀਵਾਲ ਦੇ ਬੰਦੇ ਕਹਿੰਦੇ ਸੀ ਪਹਿਲਾਂ।
ਹੁਣ ਮਹਾਪੰਚਾਇਤਾਂ ਕਰਨ ਦੀ ਨੌਬਤ ਆ ਗਈ। ਉਦੋਂ ਤਾਂ ਫਿਰ ਦਿੱਲੀ ਵਾਲੇ ਸਿੰਘੂ ਬਾਰਡਰ ਤੇ ਵੀ ਕੇਜਰੀਵਾਲ ਆ ਕੇ ਗਿਆ, ਫਿਰ ਤਾਂ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕਾਨੂੰਨ ਵੀ ਪਾੜਿਆ ਜੀ। ਪਰ ਕੇਜਰੀਵਾਲ ਨੇ ਐਮਐਸਪੀ ਦਾ ਕੋਈ ਮਤਾ ਨਹੀਂ ਪਾਇਆ ਵੀ ਅਸੀਂ ਐਮਐਸਪੀ ਆਜ਼ਾਦਪੁਰ ਮੰਡੀ ਚ ਲਾ ਦਈਏ ਜੀ। ਸੋ ਕੇਜਰੀਵਾਲ ਨੂੰ ਕੋਈ ਕਾਨੂੰਨ ਬਣਾਉਣੇ ਚਾਹੀਦੇ ਨੇ ਉਸੇ ਸੂਬੇ ਦੇ। ਬਿਲਕੁਲ। ਬਾਕੀ ਠੀਕ ਹੈ, ਉੱਤਰ ਪ੍ਰਦੇਸ਼ ਤੇ ਨਿਸ਼ਾਨਾ ਕੇਜਰੀਵਾਲ ਦਾ। ਸੰਜੇ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੇ ਕਿਸਾਨ ਅੰਦੋਲਨ 'ਚ ਹੀ ਐਲਾਨਤਾ। ਹੁਣ ਮੈਂ ਬੜਾ ਹੈਰਾਨ ਹੁਣਾ ਕੇਜਰੀਵਾਲ ਤੇ ਜੀ। ਮਾੜੀ ਦੀ ਪਾਰਟੀ ਹਜੇ ਸਰਗਰਮ ਹੋਈ ਹੈ। ਕੁਝ ਕੁ ਲੋਕ ਕਿਸਾਨ ਅੰਦੋਲਨ 'ਚ ਆਮ ਆਦਮੀ ਪਾਰਟੀ ਦੇ ਕਹਿੰਦੇ ਸੰਜੇ ਸਿੰਘ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਊ। ਜੀ। ਆ ਭਗਵੰਤ ਮਾਨ ਦੇ ਕਿੰਨੇ ਜੋੜੇ ਘਸ ਗਏ ਹੋਣੇ ਹੁਣ ਤੱਕ, ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ। ਇਹ ਨਹੀਂ ਮੈਨੂੰ ਸਮਝ ਆਈ ਕੇਜਰੀਵਾਲ ਦੀ ਨੀਤੀ ਜੀ। ਵੀ ਦੂਜੀ ਵਾਰੀ ਜਿੱਤਿਆ ਉਹ ਆਪਣੇ ਦਮ ਤੇ। ਪੰਜਾਬ 'ਚ ਆਮ ਆਦਮੀ ਦਾ ਮਤਲਬ ਕੇਜਰੀਵਾਲ ਤਾਂ ਹੈ ਹੀ ਹੈ, ਕਿਉਂਕਿ ਉਹੀ 2 MP ਹੈ, ਦੂਜੀ ਵਾਰੀ MP ਜਿੱਤਿਆ ਤੇ ਉਹਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਦੇ। ਪਤਾ ਨਹੀਂ ਕਿੱਥੋਂ ਲਿਆਉਣਾ ਇਹਨਾਂ ਨੇ ਇੰਪੋਰਟ ਕਰਾ ਕੇ ਮੁੱਖ ਮੰਤਰੀ ਦਾ ਚਿਹਰਾ। ਜੀ। ਸੋ ਜੇ ਪੰਜਾਬ 'ਚ ਮੁਕਾਬਲਾ ਦੇਣਾ ਆਮ ਆਦਮੀ ਪਾਰਟੀ ਨੇ, ਸਰਕਾਰ ਬਣਾਉਣੀ ਹੈ, ਤੇ ਭਗਵੰਤ ਮਾਨ ਨੂੰ ਐਲਾਨ ਦੇਣਾ ਚਾਹੀਦਾ। ਆਮ ਆਦਮੀ ਪਾਰਟੀ ਦਾ ਸੈਲੀਬ੍ਰਿਟੀ ਚਿਹਰਾ, ਵੱਡਾ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਹੈ ਪੰਜਾਬ 'ਚ। ਜੀ। ਜਿੰਨਾ ਦੇਰ ਕਰੀ ਜਾਣਗੇ, ਦੇਖੋ ਜਿੰਨਾ ਕਿਸੇ ਬਿਮਾਰੀ ਦਾ ਸਮਾਂ ਰਹਿੰਦੇ ਇਲਾਜ ਕਰਾ ਲਈਏ ਹੱਲ ਹੋ ਜਾਂਦਾ। ਜੇ ਲੇਟ ਹੋਈ ਜਾਣਗੇ ਤੇ ਦਿੱਕਤ 'ਚ ਰਹਿਣਗੇ ਆਮ ਆਦਮੀ ਪਾਰਟੀ ਵਾਲੇ। ਪਿਛਲੀ ਵਾਰੀ ਦੇਖੋ 100 ਤੋਂ 20 ਤੇ ਆ ਗਏ ਜੀ। ਐਤਕੀ ਤਾਂ 100 ਵਾਲੀ ਗੱਲ ਨਹੀਂ ਨਾ ਜੀ। ਐਤਕੀ ਤਾਂ 100 ਵਾਲੀ ਗੱਲ ਨਹੀਂ ਜੀ। ਫਿਰ ਕੀ ਬਣੂ? ਬਿਲਕੁਲ। ਜੇ ਪਿਛਲੀ ਵਾਰੀ ਵਾਲਾ ਕੰਮ ਹੋ ਗਿਆ 100 ਤੋਂ 20 ਤੇ ਆ ਗਏ 20% ਜੀ, ਤੇ ਹੁਣ ਇਹਨਾਂ ਕੋਲੇ 20 ਨੇ, ਤੇ ਜੇ 20 ਦਾ 20% ਰਹਿ ਗਿਆ ਕਿੱਥੇ ਆ ਗਏ ਜੀ। ਸੋ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਤਾਂ ਕਿ ਉਹ ਹੋਰ ਮਿਹਨਤ ਕਰੇ ਭਗਵੰਤ ਮਾਨ। ਬਿਲਕੁਲ। ਆਮ ਆਦਮੀ ਪਾਰਟੀ ਦੇ ਲਈ ਇਸ ਵਾਰ ਦੀਆਂ ਚੋਣਾਂ ਕਿਤੇ ਨਾ ਕਿਤੇ ਬਹੁਤ ਵੱਡਾ ਕੰਪੀਟੀਸ਼ਨ ਹੈ, ਕਿਉਂਕਿ ਪਿਛਲੀ ਵਾਰ ਦੇ 20 ਦੇ ਵਿੱਚੋਂ ਵੀ ਕੁਝ ਆਪਣੀਆਂ ਵੱਖਰੀਆਂ ਪਾਰਟੀਆਂ ਬਣਾ ਚੁੱਕੇ ਨੇ, ਕੁਝ ਵੱਖਰੇ ਹੋ ਚੁੱਕੇ ਨੇ। ਸੋ ਇਸ ਕਰਕੇ ਪਤਾ ਹੀ ਨਹੀਂ ਕਿੰਨੇ ਰਹਿ ਗਏ ਇਕੱਠੇ ਆਮ ਆਦਮੀ ਪਾਰਟੀ। ਦੇਖੋ ਇਹ ਪਹਿਲੀ ਪਾਰਟੀ ਹੈ ਜਿਹਦੇ 'ਚ ਇਹ ਪਤਾ ਹੀ ਨਹੀਂ ਸਾਨੂੰ ਵੀ ਕਿਹੜਾ MLA ਪਾਰਟੀ ਨਾਲ ਹੈ ਕਿਹੜਾ ਨਹੀਂ ਜੀ। ਸੋ ਇਹ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਦੇ ਲਈ ਵੀ ਸੋਚਣ ਦਾ ਸਮਾਂ, ਕਿਉਂਕਿ ਬਹੁਤ ਘੱਟ ਸਮਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਤੇ ਡੱਲਾ ਸਾਹਿਬ, ਜਾਂਦੇ ਜਾਂਦੇ ਰਕੇਸ਼ ਟਕੈਤ ਦੇ ਬਿਆਨ ਤੋਂ ਬਾਅਦ ਜੋ ਸਿਆਸਤ ਹੋਈ ਹੈ, ਪਰ ਕੇਜਰੀਵਾਲ ਦਾ ਬਿਆਨ ਵੀ ਸੁਣਾ ਦਿਓ, ਇਕੱਠੇ ਸੁਣਾ ਦਿਓ। ਬਿਲਕੁਲ ਇਕੱਠੇ ਸੁਣਾ ਦਿਓ। ਤੇ ਜੋ ਰਕੇਸ਼ ਟਕੈਤ ਹੋਣਾ ਦੇ ਬਿਆਨ ਦੇ ਉੱਤੇ ਸਿਆਸਤ ਸ਼ੁਰੂ ਹੋਈ ਹੈ। ਪਹਿਲਾਂ ਰਵਨੀਤ ਬਿੱਟੂ ਨੇ ਰਕੇਸ਼ ਟਕੈਤ ਹੋਣਾ ਦੇ ਬਿਆਨ ਨੂੰ ਸਹੀ ਨਹੀਂ ਠਹਿਰਾਇਆ। ਉਹਨਾਂ ਦਾ ਕਹਿਣਾ ਸੀ ਕਿ ਇਹ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਧਰ ਮਜੀਠੀਆ ਰਕੇਸ਼ ਟਕੈਤ ਦੇ ਹੱਕ ਦੇ ਦੇਖੋ ਗੱਲ ਇਹ ਨਾ, ਸਿਆਸਤ ਕਰਨੀ ਸਾਰਿਆਂ ਨੇ ਜੀ। ਰਵਨੀਤ ਬਿੱਟੂ ਵੀ ਸਿਆਸੀ ਬੰਦਾ ਜੀ, MP ਹੈ। ਵੈਸੇ ਰਕੇਸ਼ ਟਕੈਤ ਉਹਨਾਂ ਦੇ ਜਿਹੜੇ ਕਈ ਬਿਆਨ ਨੇ ਨਾ, ਉਹ ਬੜੇ ਹੈਰਾਨੀਜਨਕ ਹੁੰਦੇ ਨੇ। ਆ ਕੱਲ ਪਰਸੋਂ ਮੈਂ ਦੇਖਦਾ ਸੀ, ਕੱਲ ਹੀ ਅਖਬਾਰਾਂ 'ਚ ਛਪਿਆ, ਕਈਆਂ 'ਚ ਆ ਵੈਬਸਾਈਟਾਂ ਤੇ ਛਪਿਆ, ਕਹਿੰਦੇ ਦਿੱਲੀ ਫੇਰ ਕਿਸੇ ਸਮੇਂ ਜਾਣਾ ਪੈ ਸਕਦਾ ਟਰੈਕਟਰ ਲੈ ਕੇ ਕਿਸਾਨਾਂ ਨੂੰ। ਦੱਸੋ, ਪੁਰਾਣੇ ਟਰੈਕਟਰਾਂ ਦਾ ਹਿਸਾਬ ਤਾਂ ਹੋਇਆ ਨਹੀਂ ਹਜੇ। ਕਾਲੀ ਅੱਗੇ ਟੋਏ ਹੁੰਦੇ ਜੀ। ਸੰਗਠਿਤ ਹੋ ਕੇ ਪਹਿਲਾਂ ਤਾਂ ਇੱਕ ਫੈਸਲਾ ਕਰਨਾ ਚਾਹੀਦਾ ਸੰਯੁਕਤ ਮੋਰਚੇ ਨੂੰ ਵੀ ਸਿੰਘੂ ਦੀ ਸਟੇਜ ਤੇ ਤਾਂ ਕੋਈ ਲੀਡਰ ਆ ਨਹੀਂ ਸਕਦਾ, ਟਕੈਤ ਸਾਹਿਬ ਦੇ ਮੰਚ ਤੇ ਸਾਰਿਆਂ ਨੂੰ ਖੁੱਲਾ ਸੱਦਾ। ਇਹ ਕਿਉਂ? ਜੇ ਸੰਯੁਕਤ ਮੋਰਚਾ ਬਣਿਆ ਹੈ, ਰਕੇਸ਼ ਟਕੈਤ ਵੀ ਤਾਂ ਉਹਦਾ ਹਿੱਸਾ ਨੇ ਨਾ ਜੀ। ਸੋ ਸੰਯੁਕਤ ਮੋਰਚੇ ਦੀ ਜਿਹੜੀ ਕਾਰਵਾਈ ਹੈ ਉਹ ਸੰਯੁਕਤ ਰੂਪ 'ਚ ਹੋਣੀ ਚਾਹੀਦੀ ਹੈ। ਜਾਂ ਤਾਂ ਰਕੇਸ਼ ਟਕੈਤ ਦੇ ਮੰਚ ਤੇ ਵੀ ਪੋਲੀਟੀਕਲ ਪਾਰਟੀਆਂ ਨੂੰ ਬੈਨ ਕਰੋ, ਜਾਂ ਫਿਰ ਸਿੰਘੂ ਬਾਰਡਰ ਤੇ ਵੀ ਖੋਲ ਦਿਓ। ਤੁਸੀਂ ਕਿਉਂ ਰੋਕਦੇ ਹੋ ਭਾਈ ਪੰਜਾਬ ਵਾਲੇ ਜੀ? ਸੋ ਇਹਨਾਂ ਦੇ ਆਪਸ 'ਚ ਤਾਲਮੇਲ ਦੀ ਕਮੀ ਹੈ ਕਿਤੇ। ਆ ਕਿਸਾਨ ਮੋਰਚੇ ਵਾਲੇ ਮੇਰੀ ਗੱਲ ਦਾ ਗੁੱਸਾ ਨਾ ਕਰਨ, ਪਰ ਕਾਰਜ ਯੋਜਨਾ 'ਚ ਇਹਨਾਂ ਦੇ ਕਮੀ ਹੈ। ਔਰ ਦੇਖੋ ਹੌਲੀ ਹੌਲੀ ਕਰਕੇ ਕਿਸਾਨ ਅੰਦੋਲਨ ਪਿੱਛੇ ਪਈ ਜਾਂਦਾ। ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਆ, ਮੈਂ ਤਾਂ ਕਹਿੰਦਾ ਅੱਗੇ ਵਧੇ, ਮੈਂ ਤਾਂ ਨਾਲ ਆ ਕਿਸਾਨਾਂ ਦੇ। ਪਰ ਕਿਸਾਨ ਮੋਰਚੇ ਨੇ ਕੋਈ ਬਹੁਤੇ ਚੰਗੇ ਡਿਸੀਜਨ ਪਿਛਲੇ ਸਮੇਂ 'ਚ ਕੀਤੇ ਨਹੀਂ, ਚੰਗੇ ਫੈਸਲੇ। ਸੋ ਇਹਨਾਂ ਨੂੰ ਵੀ ਕੋਈ ਹੋਰ ਜਿਹੜੇ ਮਾਹਰ ਬੰਦੇ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ, ਮੈਂ ਤਾਂ ਕਹਿੰਦਾ ਸਰਕਾਰ ਨਾਲ ਜਿਹੜਾ ਇਹ ਅੰਦੋਲਨ ਇਹਨਾਂ ਦਾ ਚੱਲ ਰਿਹਾ, ਇਸ ਅੰਦੋਲਨ ਦੀ ਰੂਪਰੇਖਾ ਤੇ ਰਣਨੀਤੀ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਹਰ ਵਿਅਕਤੀ ਆਪਣੇ ਹਿਸਾਬ ਨਾਲ ਬਿਆਨ ਦੇਈ ਜਾਂਦਾ। ਰੁਲਦੂ ਸਿੰਘ ਉਹਨਾਂ ਨੇ ਲੱਖਾ ਸਿਧਾਣੇ ਬਾਰੇ ਕਹਿਤਾ। ਕੋਈ ਵੀ ਬਿਆਨ ਹੈ ਨਾ ਜਿਹੜਾ, ਉਹ ਸੰਯੁਕਤ ਮੋਰਚੇ ਦਾ ਬਿਆਨ ਹੋਣਾ ਚਾਹੀਦਾ, ਕਿਸੇ ਇੱਕ ਲੀਡਰ ਵਿਸ਼ੇਸ਼ ਦਾ ਨਹੀਂ ਹੋਣਾ ਚਾਹੀਦਾ ਜੀ। ਸੋ ਅੰਦੋਲਨ ਇਹਨਾਂ ਨੇ ਅਗਰ ਖੇਤੀ ਕਾਨੂੰਨਾਂ ਤੇ ਅੱਗੇ ਵਧਣਾ ਹੈ ਤੇ ਵਿਧਾਨ ਸਭਾ ਦੇ ਖੇਤੀ ਕਾਨੂੰਨਾਂ ਤੇ ਵੀ ਇਹਨਾਂ ਨੂੰ ਗੱਲ ਕਰਨੀ ਪਊ ਸੰਯੁਕਤ ਮੋਰਚੇ ਨੂੰ, ਔਰ ਪੋਲੀਟੀਕਲ ਪਾਰਟੀ ਬਣਾ ਲੈਣ। ਉਹਦੇ ਨਾਲ ਪੰਜਾਬ ਦਾ ਵੀ ਭਲਾ, ਕਿਸਾਨੀ ਦਾ ਵੀ ਭਲਾ ਜੀ। ਬਿਲਕੁਲ। ਸੋ ਇਸ ਦੇ ਨਾਲ ਰਲਤੇ ਜਿਸ ਤਰ੍ਹਾਂ ਦਾ 26 ਜਨਵਰੀ ਦੀ ਘਟਨਾ ਨੂੰ ਲੈ ਕੇ ਮੇਰਠ ਦੇ ਵਿੱਚ ਕੇਜਰੀਵਾਲ ਨੇ ਬਿਆਨ ਦਿੱਤਾ, ਉਹ ਬਿਆਨ ਵੀ ਸੁਣਾਉਣਾ ਤੇ ਰਵਨੀਤ ਬਿੱਟੂ ਦੀ ਗੱਲਬਾਤ ਵੀ ਸੁਣਾਵਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ। आज पूरे देश के अंदर जिस तरह से किसानों पे ये सरकार अत्याचार कर रही है, पानी की बौछारें बरसाई जा रही हैं, वाटर कैनन छोड़े जा रहे हैं, लाठियां बरसाई जा रही हैं, कीलें ठोकी जा रही हैं। ये दुश्मन है क्या हमारे देश के? ये किसान है हमारे देश के दुश्मन है? ऐसे तो कोई दुश्मन के साथ नहीं करता।
ऐसे तो अंग्रेजों ने नहीं करा था हमारे किसानों के साथ। जब अंग्रेज थे, अंग्रेजों ने भी इतने जुल्म नहीं करे थे। उठा के देख लो इतिहास, इतिहास के अंदर जब अंग्रेज आते थे अपना वसूल करने के लिए अपना लगान, ऐसे इतने अत्याचार तो उन्होंने अंग्रेजों ने नहीं करे थे। किले ठोकने का काम तो अंग्रेजों ने नहीं करा था, तुमने तो अंग्रेजों को भी पीछे छोड़ दिया। और अब ये हमारे किसानों पे झूठे मुकदमे कर रहे हैं। ये लाल किले का पूरा कांड इन्होंने खुद कराया कि नहीं कराया है? ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦਾ ਇੱਕ ਬਿਆਨ ਆਇਆ, ਉਹਨਾਂ ਨੇ ਦਿੱਤਾ ਵੀ ਜਿਹੜਾ ਮੈਂ ਇਹ ਗੱਲ ਟਕੈਤ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਵੀ ਸਾਰੀਆਂ ਆਪਣੀਆਂ ਫਸਲਾਂ ਹੈ ਜਿਹੜੀਆਂ ਉਹਨੂੰ ਅੱਗ ਲਾ ਲਓ ਜਾਂ ਫਸਲਾਂ ਨੂੰ ਵਾਹ ਦਿਓ। ਮੈਂ ਇਹ ਗੱਲ ਕਹੀ ਸੀ ਵੀ ਇਹ ਜਿਹੜੀਆਂ ਫਸਲਾਂ ਏ ਇਹ ਕਿਸਾਨ ਦੀ ਧੀ ਤੇ ਪੁੱਤ ਬਰਾਬਰ ਆ। ਜੇ ਸਾਡੀ ਫਸਲ ਚਲੀ ਗਈ, ਫਸਲ ਦੀ ਤਾਂ ਲੜਾਈ ਆ, ਮਾਂ ਦੇ ਤੇ ਸਾਡੇ ਪੁੱਤ ਤੇ ਧੀ ਦੀ ਤਾਂ ਲੜਾਈ ਆ। ਉਸੇ ਪਿੱਛੇ ਅਸੀਂ ਇੰਨੇ ਲੱਖਾਂ ਬੰਦੇ ਤੇ ਪਤਾ ਨਹੀਂ ਸੈਂਕੜੇ ਕਰੋੜਾਂ ਰੁਪਈਆ ਅਸੀਂ ਤਬਾਹ ਕਰ ਲਿਆ। ਤੇ ਅੱਜ ਸਰਕਾਰ ਸੈਂਟਰ ਤਾਂ ਚਾਹੁੰਦੀ ਆ, FCI ਤਾਂ ਚਾਹੁੰਦੀ ਆ ਵੀ ਪੰਜਾਬ ਤੇ ਹਰਿਆਣਾ ਫਸਲ ਦੀ ਚੱਕਣੋਂ ਤਾਂ ਉਹਨਾਂ ਨੂੰ ਤਕਲੀਫ ਆ, ਫਸਲ ਹੀ ਤਾਂ ਉਹ ਚੱਕਣੀ ਨਹੀਂ ਚਾਹੁੰਦੇ। ਤੇ ਤੁਸੀਂ ਉਹਨਾਂ ਦਾ ਕੰਮ ਸੌਖਾ ਕਰ ਰਹੇ ਆ। ਰਲਿਆ ਕੌਣ ਹੋਇਆ ਸੈਂਟਰ ਦੇ ਨਾਲ, ਸਰਕਾਰ ਦੇ ਨਾਲ ਕੌਣ ਰੜਿਆ ਹੋਇਆ? ਇਹਦੇ ਮਤਲਬ ਮਜੀਠੀਆ ਸਾਹਿਬ ਤੇ ਟਕੈਤ ਸਾਹਿਬ ਜੇ ਉਹ ਇੱਕ ਨੇ, ਜੇ ਉਹ ਸਮਰਥਨ ਕਰ ਰਹੇ ਆ ਜਿਹੜਾ ਕਿ ਅੱਜ ਮਜੀਠੀਆ ਸਾਹਿਬ ਨੇ ਕਿਹਾ ਹੈ, ਤੇ ਮੇਰੇ ਤੇ ਉਹਨਾਂ ਨੇ ਸਵਾਲ ਚੱਕੇ ਆ, ਕੀ ਗੱਲ ਮੈਂ ਗਲਤ ਗੱਲ ਕਹਿਤੀ? ਮੈਂ ਕੋਈ ਬਹੁਤ ਜਿਹੜੀ ਆ ਉਹ ਮਾੜੀ ਗੱਲ ਕਹੀ ਆ ਵੀ ਕਿਸਾਨ ਆਪਣੀ ਫਸਲ ਆ ਜਿਹੜੀ ਉਹਨੂੰ ਉਜਾੜ ਦੇ ਤੇ ਫਸਲ ਨੂੰ ਵਾਹ ਦੇ? ਮਜੀਠੀਆ ਸਾਹਿਬ, ਟਕੈਤ ਸਾਹਿਬ, ਜਿਹੜਾ ਕਰਜ਼ਾ ਮੋੜਨਾ ਕਿਸਾਨ ਨੇ ਉਹ ਤੁਸੀਂ ਮੋੜੋਗੇ? ਜਿਹੜਾ ਕਿਸਾਨ ਨੇ ਆਪਣੀ ਧੀ ਪੁੱਤ ਦਾ ਵਿਆਹ ਕਰਨਾ ਤੁਸੀਂ ਕਰੋਗੇ? ਜਿਹੜਾ ਉਹਦੇ ਬੱਚਿਆਂ ਦੀ ਫੀਸਾਂ ਸਕੂਲ ਦੀਆਂ, ਕਾਲਜ ਦੀਆਂ, ਬਾਹਰ ਜਾਂ ਬੱਚੇ ਬਾਹਰ ਗਏ ਹੋਏ ਨੇ ਪੜ੍ਹਨ, ਉਹ ਤੁਸੀਂ ਦਵੋਗੇ? ਤੇ ਜਿਹੜੀ ਸਾਡੀ ਬੁੱਢੀ ਮਾਂ ਦੀ ਰਸੋਈ ਆ ਉਹ ਤੁਸੀਂ ਦੋਨੋਂ ਜਣੇ ਚਲਾਓਗੇ? ਮੁੜ ਕੇ ਬਿਆਨ ਦੇ ਕੇ ਤੁਸੀਂ ਕੰਧਾਂ ਤੇ ਭੱਜ ਜਾਂਦੇ ਹੋ ਠੱਪ ਕੇ। ਤੇ ਜੇ ਮਜੀਠੀਆ ਸਾਹਿਬ ਓਪਨਲੀ ਗੱਲ ਕਰੋ, ਵਿੱਚ ਵਿਚਾਲੇ ਗੱਲ ਨਾ ਛੱਡ ਦਿਆ ਕਰੋ। ਜੇ ਤੁਸੀਂ ਅਕਾਲੀ ਦਲ ਟਕੈਤ ਦੇ ਬਿਆਨ ਦੇ ਨਾਲ ਤੁਸੀਂ ਸਹਿਮਤ ਹੋ, ਜਿਹਦੇ ਉੱਤੇ ਤੁਸੀਂ ਕਿੰਤੂ ਪਰੰਤੂ ਮੇਰੇ ਬਿਆਨ ਤੇ ਕੀਤਾ ਏ, ਤਾਂ ਫਿਰ ਸਭ ਤੋਂ ਪਹਿਲਾਂ ਆਪਣੇ ਅਕਾਲੀ ਦਲ ਦੇ ਵਰਕਰਾਂ ਨੂੰ, ਆਪਣੇ ਅਕਾਲੀ ਦਲ ਦੇ ਲੀਡਰਾਂ ਨੂੰ ਤੇ ਸਾਰੇ ਤੁਸੀਂ ਸਮੇਤ ਆਪਣੀਆਂ ਫਸਲਾਂ ਵਾਹੋ ਤੇ ਆਪਣੀਆਂ ਫਸਲਾਂ ਨੂੰ ਨਸ਼ਟ ਕਰ ਦਿਓ। ਤੁਸੀਂ ਆਪਣੀਆਂ ਫਸਲਾਂ ਮੰਡੀਆਂ 'ਚ ਵੇਚਣ ਨਾ ਜਾਇਓ ਫਿਰ ਟਕੈਤ ਸਾਹਿਬ ਨੂੰ, ਜੇ ਤੁਸੀਂ ਆਪਣਾ ਲੀਡਰ ਮੰਨਦੇ ਹੋ। आज दिल्ली सिख गुरुद्वारा मैनेजमेंट कमेटी अपनी बहन, अपनी बेटी के साथ खड़ी है। हमने पहले दिन से ही, जब ये 26 जनवरी का वाक़या हुआ और जिस तरीके से हमें बदनाम करने की कोशिश की गई, 12 जनवरी को नवदीप कौर को नाजायज़ केसों में अरेस्ट किया गया और इनके साथी जो थे वो तो प्रोटेस्ट का भी हिस्सा नहीं थे, शिव कुमार, और जिस तरह से टॉर्चर किया गया, दिल्ली सिख गुरुद्वारा मैनेजमेंट कमेटी ने अपने सभी लोगों को ये विश्वास दिलाया हम इस लड़ाई को लड़ेंगे। नवदीप कौर के लिए भी बहुत कुछ बोला गया, किसी ने नक्सलाइट कहा, किसी ने अल्ट्रा नक्सलाइट कहा, गाँव से भी किसी तरीके के बयानबाजियाँ दिलवाई गई, पुलिस द्वारा ऐसे ऐसे डॉक्यूमेंट कोर्ट में पेश किए गए जिनका कोई तथ्य ही नहीं था, औचित्य ही नहीं था इस केस के साथ, और कोशिश की गई हम हर तरह बदनाम करें। और मैं आज इस बात को कहते हुए भी कोई अतिशयोक्ति नहीं होगी कि आने वाले दिनों में, मैंने करनाल जेल के बाहर भी ये बात कही थी, आज फिर से दोहराता हूँ, आने वाले दिनों में हमारी बेटी नवदीप हमारे स्टेट की पंचायत और इस देश की पंचायत जहाँ पे आज बैठी है, इसके सामने जो पार्लियामेंट है, आने वाले दिनों में वहाँ खड़े होकर अपनी आवाज़ को बुलंद करेगी। और मैं ये भी कहना चाहता हूँ, जो लोग नवदीप आपको जाति शोधक शब्दों से बुला रहे थे, वो दिन दूर नहीं है जब वो आपको मैडम भी कहेंगे और सलूट भी करेंगे। मतलब आज मैं बाहर आई हूँ तो इसमें सिर्फ थोड़े लोगों का नहीं, बहुत सारे लोगों का हाथ है। इसमें दिल्ली सिख गुरुद्वारा प्रबंधक कमेटी है, जमिंदर सिंह सिरसा जी जिन्होंने इतना साथ दिया हमारा, और बाहर के भी लोगों ने, बाहर के देशों के जितने भी लोग हैं बाहर, जिन्होंने जाना कि ये गलत हो रहा है, उन्होंने आवाज़ उठाई, उन्हीं की वजह से आज मैं बाहर आई हूँ। इतनी जनता की सपोर्ट की वजह से आज मैं बाहर आई हूँ। मैं ये भी बोलना चाहती हूँ, जो किसानों के खिलाफ काले कानून आए हैं,
जो लेबर कोड लाए गए हैं, जो मजदूरों के खिलाफ काले कानून आए हैं, उनको रद्द किया जाए। जब तक ये कानून रद्द नहीं होते तब तक हम लोग सिंधु बॉर्डर पे या टिकरी बॉर्डर पे हम लोग बार बार जाते रहेंगे और मैं वहीं पे रहूँगी। जो आज मुझे लग रहा है कि जो काम करना चाहिए वो हमेशा करती रहूँगी। भगत सिंह ने भी ये काम किया था और भगत सिंह के टाइम उनको आतंकवादी बोला गया था। आज चाहे कोई भी मुझे गलत बोले या कुछ भी बोले, लेकिन हम लोग आम जनता की आवाज़ ज़रूर बनते रहेंगे। बहुत बहुत धन्यवाद सारी दर्शकों का। फिर अगले प्रोग्राम के मिलते हैं।